ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਕੈਨੇਡਾ ਦੀਆਂ ਪ੍ਰਮੁੱਖ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਦੋਸਤੋ ਖਾਸ ਦਿਨ ਆ ਜਦੋਂ ਅਲਬਰਟਾ ਦੇ ਦੋ ਵੱਡੇ ਸ਼ਹਿਰ ਉਹਨਾਂ ਦੇ ਵਿੱਚ ਮੇਅਰਾਂ ਦੀ ਚੋਣ ਕੀਤੀ ਗਈ ਆ। ਨਵੇਂ ਮੇਅਰ ਚੁਣੇ ਗਏ ਆ। ਇਲੈਕਸ਼ਨ ਤੋਂ ਬਾਅਦ ਅਨਾਊਂਸਮੈਂਟ ਜਿਹੜੀ ਹੋਈ ਆ, ਹਾਲਾਂਕਿ ਅਫੀਸ਼ੀਅਲ ਅਨਾਊਂਸਮੈਂਟ ਇਹਦੇ ਬਾਰੇ ਹੋਣੀ ਆ, ਪਰ ਜਿਹੜੀਆਂ ਖਬਰਾਂ ਆ ਰਹੀਆਂ ਉਹਦੇ ਵਿੱਚੋਂ ਪਤਾ ਲੱਗ ਰਿਹਾ ਕਿ ਕੈਲਗਰੀ ਤੇ ਐਡਮਿੰਟਨ ਦੋਵਾਂ ਦੇ ਜਿਹੜੇ ਮੇਅਰ ਨੇ, ਕੈਲਗਰੀ ਦੇ ਵਿੱਚ ਜਯੋਤੀ ਗੌਂਡੇਕ ਤੇ ਐਡਮਿੰਟਨ ਦੇ ਵਿੱਚ ਅਮਰਜੀਤ ਸਿੰਘ ਸੋਹੀ, ਇਹ ਦੋਵੇਂ ਮੇਅਰ ਚੁਣ ਲਏ ਗਏ ਆ। ਜਯੋਤੀ ਗੌਂਡੇਕ ਕੈਲਗਰੀ ਦੀ ਪਹਿਲੀ ਫੀਮੇਲ ਮੇਅਰ ਬਣੀ ਆ ਤੇ ਐਡਮਿੰਟਨ ਦੇ ਵਿੱਚ ਵੀ ਪਹਿਲਾ ਕੋਈ ਵਿਅਕਤੀ ਜਿਹੜਾ ਕਿਸੇ ਰੰਗਦਾਰ ਵਿਅਕਤੀ ਆ, ਉਹ ਪਹਿਲੀ ਵਾਰ ਅਮਰਜੀਤ ਸਿੰਘ ਸੋਹੀ ਜਿਹੜੇ ਆ ਉਹ ਮੇਅਰ ਬਣੇ। ਅਮਰਜੀਤ ਸਿੰਘ ਸੋਹੀ ਨੂੰ ਲੋਕ ਜਾਣਦੇ ਨੇ, ਬਹੁਤ ਪੁਰਾਣੇ ਸਿਆਸਤਦਾਨ ਨੇ ਕੈਨੇਡਾ ਦੀ ਸਿਆਸਤ ਦੇ ਵਿੱਚ, ਫੈਡਰਲ ਸਿਆਸਤ ਦੇ ਵਿੱਚ ਤੇ ਪਹਿਲਾਂ ਜਿਹੜੀ ਉਹ ਸਿਟੀ ਦੀ ਸਿਆਸਤ ਦੇ ਵਿੱਚ ਵੀ ਸਰਗਰਮ ਰਹੇ ਆ। ਜਿਹੜੇ ਜਯੋਤੀ ਗੌਂਡੇਕ ਆ, ਉਹਨਾਂ ਨੇ ਨਹੀਦ ਨੈਂਸ਼ੀ ਨੂੰ ਰਿਪਲੇਸ ਕੀਤਾ, ਜਿਹੜੇ ਪਹਿਲਾਂ ਇੱਥੇ ਮੇਅਰ ਸੀਗੇ ਲਗਭਗ ਦਹਾਕੇ ਤੱਕ। ਜਯੋਤੀ ਗੌਂਡੇਕ ਨੇ ਧੰਨਵਾਦ ਕੀਤਾ ਕੈਲਗਰੀ ਦੇ ਵੋਟਰਾਂ ਦਾ ਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਦਿਖਾਇਆ। ਜਿਹੜੀ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਕੁਝ ਗੱਲਾਂ ਸਾਹਮਣੇ ਆਈਆਂ ਜਿਹਦੇ ਵਿੱਚ ਉਹਨੇ ਖਾਸ ਤੌਰ ਦੇ ਉੱਤੇ ਕੈਲਗਰੀ ਦੇ ਵੋਟਰ ਦਾ ਧੰਨਵਾਦ ਕੀਤਾ। ਹਾਲਾਂਕਿ ਇਹ ਅਨਅਫੀਸ਼ੀਅਲ ਰਿਜ਼ਲਟ ਹੈਗੇ ਆ ਸੋਸ਼ਲ ਮੀਡੀਆ 'ਤੇ, ਪਰ ਉਹਦੇ ਤੋਂ ਬਾਅਦ ਵੀ ਉਹ ਧੰਨਵਾਦ ਕਰ ਰਹੇ ਆ। ਅਤੇ ਦੂਜੇ ਪਾਸੇ ਜਿਹੜੇ ਪਹਿਲੇ ਮੇਅਰ ਸੀ ਉਹਨਾਂ ਨੇ ਕੰਗਰੈਚੂਲੇਟ ਕੀਤਾ ਜਯੋਤੀ ਗੌਂਡੇਕ ਨੂੰ। ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਇਤਿਹਾਸ ਬਣਾਇਆ, ਔਰ ਇੱਥੇ ਵੀ ਦੱਸਣਯੋਗ ਆ ਕਿ ਉਹਨਾਂ ਨੇ ਵੀ ਆਪਣੇ ਆਪ ਦੇ ਵਿੱਚ ਇਤਿਹਾਸ ਬਣਾਇਆ ਸੀ ਜਦੋਂ ਪਹਿਲੀ ਵਾਰ ਉਹ ਕਿਸੇ ਨਾਰਥ ਅਮਰੀਕਾ ਦੇ ਵੱਡੇ ਸਿਟੀ ਦੇ ਪਹਿਲਾ ਜਿਹੜਾ ਮੁਸਲਿਮ ਮੇਅਰ ਆ ਉਹ ਇੱਥੋਂ ਬਣੇ ਸੀ। ਸੋ ਕੈਲਗਰੀ ਇੱਥੇ ਵੱਖ-ਵੱਖ ਸਮੇਂ ਦੇ ਵਿੱਚ ਇਤਿਹਾਸ ਬਣਦਾ ਰਿਹਾ। ਪਹਿਲਾ ਮੇਅਰ ਦੇ ਰੂਪ ਦੇ ਵਿੱਚ ਨਹੀਦ ਨੈਂਸ਼ੀ ਅਤੇ ਹੁਣ ਜਯੋਤੀ ਗੌਂਡੇਕ। ਜਯੋਤੀ ਗੌਂਡੇਕ ਦਾ ਪਰਿਵਾਰ ਵੀ ਪੰਜਾਬੀ ਪਰਿਵਾਰ ਆ, ਇੰਗਲੈਂਡ ਤੋਂ ਇਹ ਕੈਨੇਡਾ ਦੇ ਵਿੱਚ ਮੂਵ ਹੋਏ ਸੀ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੜ੍ਹਾਈ ਕੀਤੀ ਹੈ, ਕ੍ਰਿਮਨੋਲੋਜੀ ਦੇ ਵਿੱਚ ਪੜ੍ਹਾਈ ਕੀਤੀ ਹੈ, ਸੋਸ਼ੀਓਲੋਜੀ ਦੇ ਵਿੱਚ ਪੜ੍ਹਾਈ ਕੀਤੀ ਹੈ ਅਤੇ PhD ਕੀਤੀ ਹੈ ਇਹਨਾਂ ਨੇ। ਸੋ ਆਪਣੇ ਆਪ ਦੇ ਵਿੱਚ ਅੱਜ ਇੱਕ ਇਤਿਹਾਸਿਕ ਦਿਨ ਮੰਨਿਆ ਜਾ ਰਿਹਾ। ਅਲਬਰਟਾ ਦਾ ਬਹੁਤ ਵੱਡਾ ਸ਼ਹਿਰ ਕੈਲਗਰੀ, ਜਿੱਥੇ ਬਹੁਤ ਨੇੜੇ ਦੀ ਟੱਕਰ ਸੀਗੀ, ਉਹਦੇ ਵਿੱਚ ਅਨਅਫੀਸ਼ੀਅਲੀ ਅੱਜ ਜਿਹੜੀ ਅਨਾਊਂਸਮੈਂਟ ਹੋਈ ਆ ਕਿ ਇਹ ਮਾਣ ਜਯੋਤੀ ਗੌਂਡੇਕ ਨੂੰ ਮਿਲਿਆ ਇੱਥੋਂ ਦੀ ਮੇਅਰ ਬਣਨ ਦਾ। ਅਤੇ ਬਹੁਤ ਸਾਰੇ ਮੁੱਦੇ ਸੀ ਕੈਲਗਰੀ ਦੇ ਵਿੱਚ ਜਿਨ੍ਹਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਚੱਲੀ ਅਤੇ ਜਿਹਦੇ ਉੱਤੇ ਲੋਕਾਂ ਨੇ ਵੋਟ ਕੀਤੀ ਆ। ਰਿਫਾਰਮ, ਪੁਲਿਸ ਰਿਫਾਰਮ ਸੀਗੇ, ਸਿਟੀ ਦੀ ਗਰੋਥ ਸੀਗੀ, ਉਹਦੇ ਵਿੱਚ ਖਾਸ ਤੌਰ ਦੇ ਉੱਤੇ ਟਰਾਂਸਪੋਰਟੇਸ਼ਨ ਦੇ ਵਿੱਚ ਇਨਵੈਸਟ ਕਰਨਾ, ਇਹ ਵੀ ਇੱਕ ਬਹੁਤ ਵੱਡਾ ਮੁੱਦਾ ਸੀਗਾ। ਪ੍ਰੋਪਰਟੀ ਟੈਕਸ ਡਾਲਰ ਜਿਹੜੇ ਪ੍ਰੋਵਿੰਸ਼ੀਅਲ ਸਰਕਾਰ ਤੋਂ ਕਿਸ ਤਰੀਕੇ ਨਾਲ ਜ਼ਿਆਦਾ ਲੈਣੇ ਆ ਤਾਂ ਕਿ ਕੈਲਗਰੀ ਨੂੰ ਇੱਕ ਸੈਂਟਰ ਆਫ ਐਕਸੀਲੈਂਸ ਬਣਾਇਆ ਜਾ ਸਕੇ, ਇਹ ਵੀ ਇਹਨਾਂ ਦਾ ਇੱਕ ਖਾਸ ਮੁੱਦਾ ਸੀ। ਸੋਸ਼ਲ ਇਕਨੋਮਿਕਸ ਅਤੇ ਇਨਵਾਇਰਮੈਂਟਲ ਰਿਕਵਰੀ ਇਹਨਾਂ ਦਾ ਖਾਸ ਮੁੱਦਾ ਸੀ। ਇਹਦੇ ਉੱਤੇ ਲੋਕਾਂ ਨੇ ਇਹਨਾਂ ਦੀ ਸਪੋਰਟ ਕੀਤੀ ਆ। ਇੱਕ ਨਵਾਂ ਇਤਿਹਾਸ, ਪਹਿਲੀ ਫੀਮੇਲ ਮੇਅਰ ਕੈਲਗਰੀ ਨੂੰ ਮਿਲੀ ਆ। ਦੂਜੇ ਪਾਸੇ ਐਡਮਿੰਟਨ ਦੇ ਵਿੱਚ ਫਾਰਮਲ ਫੈਡਰਲ ਕੈਬਨਿਟ ਮਿਨਿਸਟਰ ਅਮਰਜੀਤ ਸਿੰਘ ਸੋਹੀ, ਜਿਹੜੇ ਕਿ ਇਮੀਗਰੈਂਟਸ ਹੈਗੇ ਆ, ਇੰਡੀਆ ਤੋਂ ਇਮੀਗਰੈਂਟ ਹੋਏ ਆ, ਪੰਜਾਬ ਤੋਂ, ਲੋਕ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਸਿਟੀ ਦੇ ਪਹਿਲੇ ਸਾਊਥ ਏਸ਼ੀਅਨ ਓਰੀਜਨ ਵਾਲੇ ਮੇਅਰ ਬਣੇ ਆ। 18 ਸਾਲ ਦੀ ਉਮਰ ਦੇ ਵਿੱਚ ਜਦੋਂ ਇਹ ਮਾਈਗਰੇਟ ਹੋ ਕੇ ਇੱਥੇ ਆਏ ਸੀ, ਉਹ ਕਹਿੰਦੇ ਮੈਨੂੰ ਜਾਣਦਾ ਕੋਈ ਨਹੀਂ ਸੀ, ਪਰ ਸੁਪਨੇ ਸੀ ਜਿਨ੍ਹਾਂ ਨੂੰ ਇੱਥੇ ਆ ਕੇ ਇੱਕ ਜਿਹੜੇ ਉਹਨਾਂ ਨੇ ਪੂਰਾ ਕੀਤਾ। ਜਿਹੜੀ ਉਹਨਾਂ ਨੇ ਵਿਕਟਰੀ ਸਪੀਚ ਆ ਮੰਡੇ ਨੂੰ ਜਿਹਦੇ ਵਿੱਚ ਦਿੱਤੀ ਆ, ਅਤੇ ਉਹ ਕਹਿੰਦੇ ਇਸ ਵੇਲੇ ਇਸ ਕਮਰੇ ਦੇ ਵਿੱਚ ਜਿਹੜੇ ਵੀ ਖੜ੍ਹੇ ਆ ਸਾਰੇ ਇਹਦੇ ਲਈ ਮੁਬਾਰਕਬਾਦ ਦੇ ਹੱਕਦਾਰ ਨੇ ਅਤੇ ਇਹ ਸਾਰਿਆਂ ਨੇ ਯੋਗਦਾਨ ਪਾਇਆ ਇੱਥੇ। ਕਿਸੇ ਵੇਲੇ ਅਮਰਜੀਤ ਸਿੰਘ ਸੋਹੀ ਟੈਕਸੀ ਵੀ ਚਲਾਉਂਦੇ ਰਹੇ ਆ, ਕਿਸੇ ਵੇਲੇ ਐਡਮਿੰਟਨ ਸਿਟੀ ਦੇ ਵਿੱਚ ਉਹਨਾਂ ਨੇ ਬੱਸ ਡਰਾਈਵ ਵੀ ਕੀਤੀ ਆ, ਅਤੇ ਕਿਸੇ ਵੇਲੇ ਉਹ ਐਡਮਿੰਟਨ ਸਿਟੀ ਦੇ ਵਿੱਚ ਕੌਂਸਲਰ ਵੀ ਰਹੇ ਆ। ਜਦੋਂ ਫੈਡਰਲ ਪੋਲੀਟਿਕਸ ਗਏ ਆ, ਉਹਦੇ ਤੋਂ ਪਹਿਲਾਂ ਇਹ ਸਿਟੀ ਕੌਂਸਲਰ ਸੀਗੇ ਅਤੇ ਫੈਡਰਲ ਪੋਲੀਟਿਕਸ ਦੇ ਵਿੱਚ ਐਜ਼ ਅ ਮਿਨਿਸਟਰ ਆਫ ਨੈਚੁਰਲ ਰਿਸੋਰਸਿਸ ਅਤੇ ਮਿਨਿਸਟਰ ਆਫ ਇਨਫਰਾਸਟਰਕਚਰ ਐਂਡ ਕਮਿਊਨਿਟੀਜ਼ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਥੱਲੇ ਇਹ ਰਹੇ ਆ। ਡੌਨ ਵੈਸਟਨ ਦੀ ਜਗ੍ਹਾ ਇਹ ਲੈਣਗੇ, ਜਿਨ੍ਹਾਂ ਨੇ ਪਹਿਲਾਂ ਹੀ ਅਨਾਊਂਸ ਕਰ ਦਿੱਤਾ ਸੀ ਕਿ ਉਹਨਾਂ ਨੇ ਦੁਬਾਰਾ ਜਿਹੜੀ ਰੀ ਇਲੈਕਸ਼ਨ ਨਹੀਂ ਕਰਨੀ। 2 ਟਰਮ ਉਹ ਮੇਅਰ ਰਹਿ ਚੁੱਕੇ ਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸੋਹੀ ਦੀ ਉਹਨਾਂ ਨੇ ਵੀ ਸੋਹੀ ਨੂੰ, ਜਿਹੜੇ ਅਮਰਜੀਤ ਸਿੰਘ ਸੋਹੀ ਉਹਨਾਂ ਨੂੰ ਮੁਬਾਰਕ ਦਿੱਤੀ ਹੈ ਕਿ ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਐਡਮਿੰਟਨ ਹੋਰ ਤਰੱਕੀ ਕਰੂਗਾ। ਸੋ ਐਡਮਿੰਟਨ ਦੇ ਵਿੱਚ ਅਮਰਜੀਤ ਸਿੰਘ ਸੋਹੀ ਦਾ ਆਉਣਾ, ਫੈਡਰਲ ਇਲੈਕਸ਼ਨ ਦੇ ਵਿੱਚ ਪਹਿਲਾਂ ਉਹ ਸਿਟੀ ਤੋਂ ਹੀ ਗਏ ਸੀਗੇ ਅਤੇ ਉੱਥੋਂ ਵਾਪਸ ਫਿਰ ਉਹ ਸਿਟੀ ਦੇ ਵਿੱਚ ਆ ਕੇ ਮੇਅਰ ਬਣੇ। ਉਹਨਾਂ ਨੇ ਵੀ ਇੱਕ ਇਤਿਹਾਸ ਸਿਰਜਿਆ ਅਤੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਆ। ਅੱਜ ਕੈਨੇਡਾ ਦੇ ਵਿੱਚ ਇਹਨਾਂ ਖਬਰਾਂ ਨੂੰ, ਖਾਸ ਕਰ ਪੰਜਾਬੀ ਭਾਈਚਾਰੇ ਦੇ ਵਿੱਚ ਕੈਲਗਰੀ ਅਤੇ ਐਡਮਿੰਟਨ ਦੇ ਨਵੇਂ ਬੜੇ ਮੇਅਰ ਦੇ ਖਬਰਾਂ ਨੂੰ ਬਹੁਤ ਪ੍ਰਮੁੱਖਤਾ ਦੇ ਨਾਲ ਦੇਖਿਆ ਜਾ ਰਿਹਾ। ਦੋਸਤੋ, ਵੈਕਸੀਨ ਹਮੇਸ਼ਾ ਹੀ ਚਰਚਾ ਦੇ ਵਿੱਚ ਰਹੀ ਹੈ ਜਦੋਂ ਦਾ COVID-19 ਆਇਆ। ਇੱਕ ਇੱਕ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਵੈਕਸੀਨ ਨੂੰ ਲਾਜ਼ਮੀ ਕਰੀ ਜਾ ਰਹੀਆਂ, ਮੈਂਡੇਟਰੀ ਕਰੀ ਜਾਈਆਂ ਕਿ ਵੈਕਸੀਨ ਜਿਹੜੀ ਹੈ, ਜੇ ਤੁਹਾਨੂੰ ਨੌਕਰੀ ਕਰਨੀ ਹੈ ਕੁਛ ਖਾਸ ਥਾਵਾਂ ਦੇ ਉੱਤੇ ਤਾਂ ਵੈਕਸੀਨ ਲਵਾਉਣੀ ਪਊਗੀ।
ਹੁਣ ਜਿਹੜੀ ਰੀਸੈਂਟਲੀ ਸੂਚਨਾ ਆਈ ਹੈ ਉਹਦੇ ਵਿੱਚ ਜਿਹੜਾ ਗਰਾਊਸ ਮਾਊਂਟੇਨ ਆ ਅਤੇ ਸਿਟੀ ਆਫ ਵੈਨਕੂਵਰ ਆ, ਦੋਵਾਂ ਥਾਵਾਂ ਦੇ ਉੱਤੇ ਉਹਨਾਂ ਨੇ ਜ਼ਰੂਰੀ ਕਰ ਦਿੱਤਾ ਕਿ ਤੁਸੀਂ ਵੈਕਸੀਨ ਤੁਹਾਡੇ ਲੱਗੀ ਹੋਣੀ ਜ਼ਰੂਰੀ ਚਾਹੀਦੀ ਹੈ। ਜਿਹੜੇ ਵੈਨਕੂਵਰ ਦੇ ਮੇਅਰ ਨੇ ਕੈਨੇਡੀ ਸਟੀਵਰਟ, ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸਿਟੀ ਵਰਕਰ ਹੈਗੇ ਆ ਉਹਨਾਂ ਨੂੰ ਫੁੱਲੀ ਵੈਕਸੀਨੇਟਡ ਹੋਣਾ ਪਊਗਾ, ਭਾਵ ਉਹਨਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲਵਾਉਣੀਆਂ ਪੈਣਗੀਆਂ। ਬਹੁਤ ਸਾਰੇ ਲੋਕਾਂ ਨੇ ਵੈਕਸੀਨ ਦੀਆਂ ਡੋਜ਼ ਲਵਾ ਵੀ ਲਈਆਂ, ਪਰ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਆ ਜਿਹੜੇ ਸਿਟੀ ਆਫ ਵੈਨਕੂਵਰ ਦੇ ਵਿੱਚ ਇੱਕ ਮੁਲਾਜ਼ਮ ਵਜੋਂ ਕੰਮ ਕਰਦੇ, ਉਹਨਾਂ ਨੇ ਇੱਕ ਡੋਜ਼ ਵੀ ਨਹੀਂ ਲਾਈ। ਉਹਨਾਂ ਨੂੰ ਸਮਾਂ ਕਾਫੀ ਦੇ ਦਿੱਤਾ ਕਿ 6 ਦਸੰਬਰ 2021 ਤੱਕ, ਉਹ ਕਹਿੰਦੇ ਅਸੀਂ ਤੁਹਾਨੂੰ ਸਮਾਂ ਦਿੰਦੇ ਹਾਂ ਕਿ ਉਦੋਂ ਤੱਕ ਤੁਸੀਂ ਵੈਕਸੀਨ ਲਵਾ ਲਓ, ਆਪਣੀਆਂ 2 ਵੈਕਸੀਨ ਲਵਾ ਲਓ ਤਾਂ ਤੁਹਾਨੂੰ ਨੌਕਰੀ ਕਰ ਸਕਦੇ ਹਾਂ। ਜੇ ਤੁਸੀਂ 6 ਦਸੰਬਰ 2021 ਤੱਕ ਵੈਕਸੀਨ ਨਹੀਂ ਲਵਾਉਂਦੇ ਤਾਂ ਅਸੀਂ ਤੁਹਾਨੂੰ ਵਰਕ ਪਲੇਸ 'ਤੇ ਅਲਾਓ ਨਹੀਂ ਕਰਾਂਗੇ। ਇਹ ਬਹੁਤ ਵੱਡਾ ਇੱਕ ਫੈਸਲਾ ਆ। ਹੌਲੀ ਹੌਲੀ ਇੱਕ ਸਟੈਪ ਕਰਕੇ ਇਹਦੇ ਉੱਤੇ ਗੱਲਬਾਤ ਚੱਲ ਰਹੀ ਆ, ਕਿੱਥੇ ਕਿੱਥੇ ਜਿਹੜੀ ਵੈਕਸੀਨ ਉਹ ਜ਼ਰੂਰੀ ਹੋਣੀ ਆ। ਜਿਹੜੀ ਇਹ ਵੀ ਇੱਥੇ ਵੀ ਦੱਸਣਯੋਗ ਗੱਲ ਆ ਕਿ ਵੈਨਕੂਵਰ ਉਹ ਸ਼ਹਿਰ ਆ ਜਿੱਥੇ ਵੈਕਸੀਨ ਰੇਟ ਬਹੁਤ ਜ਼ਿਆਦਾ ਹਾਈ ਆ, ਔਰ ਇਹਦੇ ਵਿੱਚ ਜਿਹੜੇ ਇੱਕ ਸੇਫੈਸਟ ਸਿਟੀਜ਼ ਮੰਨਿਆ ਜਾ ਰਿਹਾ ਇਸ ਵੇਲੇ ਕੋਵਿਡ-19 ਦੇ ਵਿੱਚੋਂ। ਮੇਅਰ ਨੇ ਇਹ ਗੱਲ ਖਾਸ ਤੌਰ ਦੇ ਉੱਤੇ ਕਹੀ ਆ ਕਿ ਸਿਟੀ ਆਫ ਵੈਨਕੂਵਰ ਦੇ ਵਿੱਚ ਜਿਹੜੀ 12 ਸਾਲ ਤੋਂ ਉੱਪਰ 90% ਲੋਕਾਂ ਨੇ ਵੈਕਸੀਨ ਲਵਾ ਲਈ ਆ, ਜਦੋਂ ਕਿ ਪੂਰੇ ਪ੍ਰੋਵਿੰਸ ਦੀ ਐਵਰੇਜ ਦੇਖਦੇ ਹਾਂ ਤਾਂ 83.4% ਆ। ਵੈਨਕੂਵਰ ਦੇ ਵਿੱਚ ਆਲਰੇਡੀ ਲੋਕਾਂ ਨੇ ਵੈਕਸੀਨ ਬਹੁਤ ਸਾਰੀ ਲਵਾ ਲਈ ਆ, ਪਰ ਜਿਹੜੇ ਸਿਟੀ ਆਫ ਵੈਨਕੂਵਰ ਦੇ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਇਹ ਲਵਾਉਣੀ ਜ਼ਰੂਰੀ ਕਰ ਦਿੱਤੀ ਹੈ। ਜਿਹੜਾ ਵੀ ਸਿਟੀ ਸਟਾਫ ਆ ਉਹਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਦਸੰਬਰ 6 ਤੱਕ ਵੈਕਸੀਨ ਲਵਾ ਲਓ। ਅਸੀਂ ਇੱਕ ਨਵਾਂ ਹੋਰ ਜਿਹੜਾ ਸਟੈਪ ਅੱਗੇ ਜਾ ਰਹੇ ਹਾਂ ਅਤੇ ਦੁਨੀਆ ਨੂੰ ਦੱਸ ਰਹੇ ਹਾਂ ਕਿ ਵੈਨਕੂਵਰ ਦੁਨੀਆ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਹੈਗਾ ਆ। ਸਿਟੀ ਆਫ ਵੈਨਕੂਵਰ ਦੇ ਵਿੱਚ 8000 ਫੁੱਲ ਟਾਈਮ ਮੁਲਾਜ਼ਮ ਕੰਮ ਕਰਦੇ ਆ, ਪਾਰਟ ਟਾਈਮ ਮੁਲਾਜ਼ਮ ਵੀ ਇਹਨਾਂ ਦੇ ਨਾਲ ਹੈਗੇ ਆ। ਜਿਹੜੀ ਇੱਥੇ ਖਾਸ ਤੌਰ ਦੇ ਉੱਤੇ ਇਹ ਗੱਲ ਚਰਚਾ ਦਾ ਵਿਸ਼ਾ ਕਿਉਂ ਬਣੀ ਆ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੈਕਸੀਨ ਮੈਂਡੇਟਰੀ ਕਰ ਦਿੱਤੀ ਗਈ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੀ ਮਿਊਨਿਸਪੈਲਿਟੀ ਆ ਜਿਹਨੇ ਇੱਦਾਂ ਦਾ ਹੁਕਮ ਦਿੱਤਾ ਕਿ ਉਹਨਾਂ ਦੇ ਮੁਲਾਜ਼ਮਾਂ ਨੂੰ ਵੈਕਸੀਨ ਲਵਾਉਣੀ ਜ਼ਰੂਰੀ ਹੋਊਗੀ। ਜਿਹੜੇ ਸਿਟੀ ਮੈਨੇਜਰ ਨੇ ਉਹਨਾਂ ਨੇ ਵੀ ਕਿਹਾ ਕਿ ਵੈਕਸੀਨ ਪਾਲਿਸੀ ਜਿਹੜੀ ਆ ਉਹ ਹਾਲਾਂਕਿ ਕੁਝ ਥਾਵਾਂ ਦੇ ਉੱਤੇ ਐਗਜ਼ੰਪਸ਼ਨ ਵੀ ਦਊਗੀ, ਜਿੱਦਾਂ ਕਿ ਬਾਕੀ ਥਾਵਾਂ ਦੇ ਉੱਤੇ ਹੈਗਾ ਕਿ ਜਿਹੜੇ ਪ੍ਰੋਟੈਕਟਡ ਲੀਗਲ ਗਰਾਊਂਡ ਦੇ ਉੱਤੇ, ਮੈਡੀਕਲ ਗਰਾਊਂਡਸ ਦੇ ਉੱਤੇ, ਜਾਂ ਜਿਹੜੇ BC ਹਿਊਮਨ ਰਾਈਟ ਕੋਡ ਆ ਉਹਦੇ ਅੰਡਰ ਵੀ ਛੋਟ ਵੀ ਦਿੱਤੀ ਜਾਊਗੀ। ਅਤੇ ਇਹਦੇ ਨਾਲ ਹੀ ਇੱਕ ਸੂਚਨਾ ਹੋਰ ਕਿ ਜਿਹੜੀ ਗਰਾਊਸ ਮਾਊਂਟੇਨ ਆ ਉੱਥੇ ਉਹਨਾਂ ਦੇ ਸਾਰੇ ਵਰਕਰਸ ਨੂੰ ਅਤੇ ਜਿਹੜੇ ਗੈਸਟ ਆ ਉਹਨਾਂ ਸਾਰਿਆਂ ਨੂੰ ਫੁੱਲੀ ਵੈਕਸੀਨੇਟਡ ਹੋਣਾ ਪਊਗਾ। ਗਰਾਊਸ ਮਾਊਂਟੇਨ ਦੇ ਉੱਤੇ ਬਹੁਤ ਸਾਰੇ ਲੋਕ ਜਾਂਦੇ ਆ, ਗ੍ਰਾਈਂਡ ਕਰਦੇ ਆ, ਉਹਨਾਂ ਸਾਰਿਆਂ ਨੂੰ ਫੁੱਲੀ ਵੈਕਸੀਨੇਟਡ ਹੋਣਾ ਪਊਗਾ। ਉਹਨਾਂ ਨੂੰ ਵੀ ਜਿਹੜੀ ਡੈਡਲਾਈਨ ਦਿੱਤੀ ਗਈ ਆ ਉਹ ਸਿਟੀ ਆਫ ਵੈਨਕੂਵਰ ਤੋਂ ਪਹਿਲਾਂ ਦਿੱਤੀ ਗਈ ਹੈ। ਸਿਟੀ ਆਫ ਵੈਨਕੂਵਰ ਨੇ ਕਿਹਾ ਕਿ ਤੁਸੀਂ 6 ਦਸੰਬਰ 2021 ਤੱਕ ਵੈਕਸੀਨ ਲਵਾ ਲਓ ਦੋਵੇਂ ਡੋਜ਼। ਇਹਨਾਂ ਨੇ ਕਿਹਾ 15 ਨਵੰਬਰ 2021 ਤੋਂ ਪਹਿਲਾਂ ਲਵਾ ਲਓ। ਨਾਰਥ ਵੈਨਕੂਵਰ ਸਕੀ ਰਿਜ਼ੋਰਟ ਜਿਹੜਾ ਹੈਗਾ ਆ, ਇਸੇ ਤਰ੍ਹਾਂ ਹੀ ਜਿਹੜੀ ਤੁਹਾਡੇ ਕੋਲ ਉਹ ਕਹਿੰਦੇ 1 ਟਾਈਮ ਵੈਕਸੀਨ ਵੈਰੀਫਿਕੇਸ਼ਨ ਪ੍ਰੋਸੈਸ ਹੋਊਗਾ। ਜਿਹੜੇ ਪਾਸ ਹੋਲਡਰ ਹੈਗੇ ਆ ਉੱਥੇ ਦੇ, ਜਿਹੜੇ ਡੇ ਪਾਸ ਲੈਂਦੇ ਆ ਰੋਜ਼, ਉਹਨਾਂ ਦੇ ਕੋਲੋਂ ਪ੍ਰੂਫ ਆਫ ਵੈਕਸੀਨੇਸ਼ਨ ਉਹਨੂੰ ਦਿਖਾਉਣਾ ਪਊਗਾ। BC ਵੈਕਸੀਨ ਕਾਰਡ ਆ ਜਿਹੜਾ ਹਰ ਵਿਜ਼ਿਟ ਦੇ ਉੱਤੇ ਜਦੋਂ ਵੀ ਉੱਥੇ ਜਾ ਰਿਹਾ। ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਨੇ ਕਿਹਾ ਕਿ ਇਹ ਤੁਹਾਨੂੰ ਪਹਿਲਾਂ ਹੀ ਪਤਾ ਕਿ ਗੱਲ ਉਹਨਾਂ ਨੇ ਪਹਿਲਾਂ ਹੀ ਜ਼ਰੂਰੀ ਕਰ ਦਿੱਤੀ ਕਿ ਹਸਪੀਟਲ ਲੌਂਗ ਟਰਮ ਕੇਅਰ ਫੈਸਿਲਿਟੀ ਵਰਕਰ ਦੇ ਆ ਉਹਨਾਂ ਸਾਰਿਆਂ ਦਾ ਫੁੱਲੀ ਵੈਕਸੀਨੇਟਡ ਹੋਣਾ ਬਹੁਤ ਜ਼ਰੂਰੀ ਆ। ਪਰ ਨਾਲ ਹੀ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਉਹਨਾਂ ਕੋਲ ਇਹ ਪਾਵਰ ਨਹੀਂ ਆ ਕਿ ਉਹ ਨੌਨ ਹੈਲਥ ਵਰਕ ਪਲੇਸਿਸ ਦੇ ਉੱਤੇ ਆਪਣਾ ਹੁਕਮ ਜਾਰੀ ਕਰ ਸਕਣ, ਅਤੇ ਜਿੱਥੇ ਉਹ ਕਰ ਸਕਦੇ ਸੀ ਹਸਪੀਟਲ ਲੌਂਗ ਟਰਮ ਕੇਅਰ ਦੇ ਵਿੱਚ ਉੱਥੇ ਕਰ ਦਿੱਤਾ ਸੀ। ਪਰ ਜਿਹੜੀਆਂ ਨੌਨ ਹੈਲਥ ਵਰਕ ਪਲੇਸਿਸ ਆ, ਜਿਵੇਂ ਸਿਟੀ ਆਫ ਵੈਨਕੂਵਰ ਨੇ ਕੀਤਾ ਜਾਂ ਗਰਾਊਸ ਮਾਊਂਟੇਨ ਨੇ ਕੀਤਾ, ਉੱਥੇ ਇਹ ਜ਼ਰੂਰੀ ਹੁਣ ਹੌਲੀ ਹੌਲੀ ਕੀਤਾ ਜਾ ਰਿਹਾ। ਇਸੇ ਤਰ੍ਹਾਂ ਹੀ ਪਰ ਉਹਦਾ ਸੁਜੈਸ਼ਨ ਸੀਗਾ ਕਿ BC ਹਾਈਡਰੋ 2 ਵੀਕਸ ਪਹਿਲਾਂ ਉਹਨਾਂ ਨੇ 2 ਹਫ਼ਤੇ ਪਹਿਲਾਂ ਮੈਂਡੇਟ ਜਿਹੜੀ ਵੈਕਸੀਨੇਸ਼ਨ ਕਰ ਦਿੱਤੀ ਸੀ ਸਾਈਟ C ਡੈਮ ਪ੍ਰੋਜੈਕਟ ਦੇ ਉੱਤੇ, ਜਿੱਥੇ 2 ਕੋਵਿਡ-19 ਦੇ ਆਊਟਬ੍ਰੇਕਸ ਹੋਈਆਂ। BC ਫੈਰੀਜ਼ ਨੇ ਵੀ ਇਹ ਮੈਂਡੇਟਰੀ ਕਰ ਦਿੱਤੀ ਸੀ ਆਪਣੇ ਵਰਕਰਸ ਨੂੰ, ਪਰ ਉਹਨਾਂ ਨੇ ਪੈਸੰਜਰ ਨੂੰ ਨਹੀਂ ਸੀ ਕਿਹਾ ਕਿ ਪੈਸੰਜਰਸ ਵੀ ਉਹਨਾਂ ਨੂੰ ਵੀ ਜਿਹੜੀ ਕੀਤੀ ਜਾਊਗੀ। ਹਾਲਾਂਕਿ ਗਰਾਊਸ ਮਾਊਂਟੇਨ ਦੇ ਉੱਤੇ ਜਿਹੜੇ ਡੇ ਪਾਸ ਵਾਲੇ ਜਾਂ ਵਿਜ਼ਿਟਰਸ ਨੇ ਉਹਨਾਂ ਨੂੰ ਵੀ ਵੈਕਸੀਨੇਸ਼ਨ ਜ਼ਰੂਰੀ ਕਰ ਦਿੱਤੀ ਗਈ ਆ। ਸੋ ਜਿਹੜੇ ਇਸ ਵੇਲੇ 4917 ਐਕਟਿਵ ਕੇਸਿਸ ਕੋਵਿਡ-19 ਦੇ BC ਦੇ ਵਿੱਚ ਹੈਗੇ ਆ, 360 ਦਿਨਾਂ ਦੇ ਵਿੱਚ ਹਸਪੀਟਲ ਦੇ ਵਿੱਚ ਆ, 151 ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਆ, ਅਤੇ ਨੰਬਰ ਜਿਹੜਾ ਕਾਫੀ ਸਟੇਬਲ ਦੱਸਿਆ ਜਾ ਰਿਹਾ। ਮਿਨਿਸਟਰੀ ਆਫ ਹੈਲਥ ਨੇ 26 ਜਿਹੜੀਆਂ ਮੌਤਾਂ ਪਿਛਲੇ ਵੀਕਐਂਡ ਦੇ ਉੱਤੇ ਰਿਪੋਰਟ ਕੀਤੀਆਂ ਸੀ। ਕੱਲ੍ਹ ਜਿਹੜੀ ਸਾਡੇ ਕੋਲ ਸੂਚਨਾ ਆਈ ਸੀ 23,500 ਡੋਜ਼ ਆਫ ਵੈਕਸੀਨ ਜਿਹੜੇ ਇੰਨੇ ਸਮੇਂ ਦੇ ਵਿੱਚ ਦਿੱਤੀਆਂ ਗਈਆਂ। ਅਤੇ ਇਸੇ ਤਰ੍ਹਾਂ ਵੈਨਕੂਵਰ ਕੋਸਟਲ ਹੈਲਥ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਸਾਰਾ ਕੁਛ ਵੈਕਸੀਨੇਸ਼ਨ ਉੱਥੇ ਜ਼ਿਆਦਾ ਹੋ ਰਹੀ ਹੈ, ਅਤੇ ਜਿਹੜੇ ਬਾਕੀ ਥਾਵਾਂ ਨਾਲੋਂ ਇੱਥੇ ਵੈਕਸੀਨੇਸ਼ਨ ਰੇਟ ਆ ਉਹ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ। ਔਰ ਇਹਦੇ ਨਾਲ ਹੀ ਜਿਹੜੇ ਬਹੁਤ ਸਾਰੇ ਮਾਪੇ ਆ ਉਹ ਵੀ ਆਪਣੇ ਬੱਚਿਆਂ ਦੀ ਵੈਕਸੀਨ ਲਵਾਉਣ ਦੇ ਲਈ ਤਿਆਰ ਨੇ। ਇੱਕ ਇੱਥੇ ਬਹੁਤ ਦਿਲਚਸਪ ਮਾਮਲਾ ਵੀ ਸਾਹਮਣੇ ਆਉਂਦਾ ਕਿ ਜਿੱਥੇ ਕਿਤੇ
ਪੜ੍ਹਾਈ ਜਿਹੜੀ ਉਹ ਜ਼ਿਆਦਾ ਆ, ਪੋਸਟ ਗ੍ਰੈਜੂਏਸ਼ਨ ਆ ਮਾਪਿਆਂ ਦੀ, ਉਹਨਾਂ ਦੇ ਵਿੱਚ ਵੈਕਸੀਨੇਸ਼ਨ ਲਵਾਉਣ ਦੀ ਇੱਛਾ ਜ਼ਿਆਦਾ ਹੈ ਕਿ ਸਾਡੇ ਬੱਚਿਆਂ ਨੂੰ ਵੈਕਸੀਨ ਲੱਗ ਜਾਵੇ। ਜਿੱਥੇ ਕਿਤੇ ਸੈਕੰਡਰੀ ਐਜੂਕੇਸ਼ਨ ਤੋਂ ਥੱਲੇ ਰਹਿ ਜਾਂਦੇ ਆ ਮਾਪੇ, ਉੱਥੇ ਵੈਕਸੀਨੇਸ਼ਨ ਦਾ ਰੇਟ ਘੱਟ ਆ, ਜਾਂ ਅਜੇ ਬੱਚਿਆਂ ਦੇ ਵਿੱਚ ਤਾਂ ਵੈਕਸੀਨ ਲੱਗੀ ਨਹੀਂ, ਮਤਲਬ ਉਹਨਾਂ ਦੀ ਇੱਛਾ ਜਿਹੜੀ ਉੱਥੇ ਜ਼ਿਆਦਾ ਹੈ। ਸੋ ਇਹਦਾ ਇੱਕ ਐਜੂਕੇਸ਼ਨ ਦੇ ਨਾਲ ਵੀ ਕਿਤੇ ਨਾ ਕਿਤੇ ਸੰਬੰਧ ਜੁੜਦਾ ਨਜ਼ਰ ਆਉਂਦਾ ਕਿ ਜਿੱਥੇ ਕਿਤੇ ਐਜੂਕੇਸ਼ਨ ਜ਼ਿਆਦਾ ਹੈ ਉੱਥੇ ਵੈਕਸੀਨ ਜ਼ਿਆਦਾ ਲਵਾਉਣ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ। ਦੋਸਤੋ, ਕੱਲ੍ਹ ਸੋਮਵਾਰ ਇੱਕ ਖਬਰ ਬਹੁਤ ਚਰਚਾ ਦੇ ਵਿੱਚ ਰਹੀ ਕਿ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਉਹ ਫਸਟ ਨੇਸ਼ਨ ਚੀਫਸ BC ਦੇ ਵਿੱਚ ਜਿਹੜੇ ਆ ਉੱਥੇ ਕੈਮਲੂਪਸ ਦੇ ਵਿੱਚ ਉਹਨਾਂ ਨੂੰ ਮਿਲਣ ਦੀ ਲਈ ਗਏ। ਟੈਕੈਂਪਲਸ ਸਕੈਬੋਵਿਕ ਦੇ ਉੱਤੇ ਵਿੱਚ ਇੱਕ ਖਬਰ ਹੋਰ ਬਹੁਤ ਚਰਚਾ ਦੇ ਵਿੱਚ ਆ ਕਿ ਕੱਲ੍ਹ ਆਪਾਂ ਗੱਲਬਾਤ ਕੀਤੀ ਸੀ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਮਲੂਪਸ ਦੇ ਵਿੱਚ ਜਿਹੜੇ ਫਸਟ ਨੇਸ਼ਨਸ ਚੀਫਸ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਈ। ਇਹ ਬੜੀ ਕਰੂਸ਼ੀਅਲ ਵਿਜ਼ਿਟ ਮੰਨੀ ਗਈ ਹੈ ਪ੍ਰਾਈਮ ਮਿਨਿਸਟਰ ਦੀ ਇਸ ਕਮਿਊਨਿਟੀ ਦੇ ਵਿੱਚ। ਅਤੇ ਫਸਟ ਨੇਸ਼ਨ ਨੂੰ ਕੈਮਲੂਪਸ ਦੇ ਵਿੱਚ ਉਹਨਾਂ ਨੇ ਸੋਮਵਾਰ ਜਦੋਂ ਵਿਜ਼ਿਟ ਕੀਤਾ ਆ, ਜਿਹੜੀਆਂ ਨੈਸ਼ਨਲ ਡੇ ਫॉर ਟਰੂਥ ਐਂਡ ਰੀਕਨਸਾਈਲੇਸ਼ਨ ਦੇ ਉੱਤੇ ਜਿਹੜੀਆਂ ਸੈਰੇਮਨੀ ਸੀਗੀਆਂ ਉਹਨਾਂ ਨੂੰ ਛੱਡ ਕੇ ਇਹ ਟਫੀਨੋ BC ਦੇ ਵਿੱਚ ਆਪਣੇ ਪ੍ਰਾਈਵੇਟ ਫੈਮਿਲੀ ਮੈਂਬਰਸ ਦੇ ਨਾਲ ਉੱਥੇ ਇਹ ਚਲੇ ਗਏ ਸੀ। ਇਸ ਗੱਲ ਦਾ ਬਹੁਤ ਸਾਰਾ ਵਿਰੋਧ ਹੋਇਆ ਸੀ ਜਦੋਂ ਦੀਆਂ ਰੈਜ਼ੀਡੈਂਸ਼ੀਅਲ ਕੈਮਲੂਪਸ ਵਾਲੇ ਰੈਜ਼ੀਡੈਂਸ਼ੀਅਲ ਸਕੂਲ ਤੋਂ ਗੱਲਬਾਤ ਸ਼ੁਰੂ ਹੋਈ ਸੀ। ਇੱਥੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸੀ, ਉਹਨਾਂ ਦੇ ਕੰਕਾਲ ਮਿਲੇ ਸੀ, ਅਨਮਾਰਕਡ ਗ੍ਰੇਵਸ ਮਿਲੀਆਂ ਸੀ, ਜਿੱਥੋਂ ਲੋਕਾਂ ਨੂੰ ਰੈਜ਼ੀਡੈਂਸ਼ੀਅਲ ਸਕੂਲ ਬਾਰੇ ਬਹੁਤਿਆਂ ਨੂੰ ਜਾਣਕਾਰੀ ਮਿਲੀ। ਜਿਹੜੇ ਉੱਥੋਂ ਦੇ ਇੰਡੀਜੀਨੀਅਸ ਲੋਕ ਨੇ, ਜਿਹੜੇ ਉਹਨਾਂ ਦੇ ਚੀਫ ਨੇ, ਉਹ ਅਜੇ ਵੀ ਦੱਸਦੇ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇੱਥੇ ਸਾਰਾ ਕੁਝ ਹੈਗਾ ਆ, ਪਰ ਸਿਰਫ ਅਸੀਂ ਇੱਕ ਅਲਟਰਾਸਾਊਂਡ ਜਿਹੜਾ ਸਿਸਟਮ ਲਿਆ ਕੇ ਉਹਦੇ ਨਾਲ ਧਰਤੀ ਦੇ ਥੱਲੇੋਂ ਦੱਸ ਦਿੱਤਾ ਕਿ ਇਸ ਥਾਂ ਦੇ ਉੱਤੇ ਇੰਨੀਆਂ ਲਾਸ਼ਾਂ ਪਈਆਂ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੋਂ ਲਾਸ਼ਾਂ ਮਿਲੀਆਂ ਸੀ। ਉਹਦੇ ਤੋਂ ਬਾਅਦ ਪਹਿਲੀ ਵਾਰ ਟਰੂਥ ਐਂਡ ਰੀਕਨਸਾਈਲੇਸ਼ਨ ਡੇ ਜਿਹੜਾ ਮਨਾਇਆ ਗਿਆ ਜਾਂ ਇਹ ਰਾਖਵਾਂ ਰੱਖਿਆ ਗਿਆ, ਪਹਿਲੀ ਵਾਰ ਕੈਨੇਡਾ ਦੇ ਵਿੱਚ ਛੁੱਟੀ ਕੀਤੀ ਗਈ। ਅਤੇ ਉਸ ਦਿਨ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਥੇ ਆਓ ਅਤੇ ਸਾਡੇ ਨਾਲ ਗੱਲਬਾਤ ਕਰੋ ਜਾਂ ਜਿਹੜੀ ਇਹਦੇ ਬਾਰੇ ਸਾਡੇ ਕੋਲ ਤੁਸੀਂ ਪਹੁੰਚੋ। ਪਰ ਦੱਸਿਆ ਗਿਆ ਸੀ ਕਿ ਪ੍ਰਾਈਮ ਮਿਨਿਸਟਰ ਨੇ ਉਸ ਸਮੇਂ ਦੇ ਵਿੱਚ ਜਿਹੜੀ ਆਟਵਾ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਜਾਣਾ ਸੀ, ਪਰ ਬਾਅਦ ਦੇ ਵਿੱਚ ਇੱਕ ਪੱਤਰਕਾਰ ਨੇ ਉਹਨਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਆਪਣੇ ਪਰਿਵਾਰ ਦੇ ਨਾਲ BC ਟਫੀਨੋ ਦੇ ਵਿੱਚ ਬੀਚ ਦੇ ਉੱਤੇ ਦੇਖੇ ਗਏ ਆ। ਇਸ ਗੱਲ ਦਾ ਬਹੁਤ ਵਿਰੋਧ ਹੋਇਆ। ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਸ ਗੱਲ ਦੇ ਉੱਤੇ ਮਾਫੀ ਵੀ ਮੰਗ ਲਈ ਸੀ। ਉਹਨਾਂ ਨੇ ਬਾਰ-ਬਾਰ ਇਸ ਗੱਲ ਦੇ ਉੱਤੇ ਮਾਫੀ ਮੰਗੀ ਕਿ ਮੈਨੂੰ ਇੱਥੇ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਸੀ। ਪਰ ਹੁਣ ਜਦੋਂ ਉਹਨਾਂ ਨੇ ਵਿਜ਼ਿਟ ਕੀਤਾ, ਉਸ ਵਿਜ਼ਿਟ ਵੇਲੇ ਵੀ ਉਹਨਾਂ ਦੇ ਚੀਫਸ ਨੇ ਜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਪ੍ਰਧਾਨ ਮੰਤਰੀ ਨੂੰ ਬਹੁਤ ਖਰੀਆਂ ਸੁਣਾਈਆਂ। ਸਿੱਧੀ ਉਹਨਾਂ ਨੂੰ ਗੱਲਬਾਤ ਕਹੀ ਕਿ ਇੱਕ ਪਾਸੇ ਇਹ ਬੱਚਿਆਂ ਦੀਆਂ ਜਿਹੜੀਆਂ ਅਨਮਾਰਕਡ ਗ੍ਰੇਵਸ ਮਿਲਦੀਆਂ ਆ, ਉਹਦੇ ਤੋਂ ਬਾਅਦ ਤੁਸੀਂ ਇੱਕ ਵਾਰੀ ਵੀ ਇੱਥੇ ਨਹੀਂ ਆਉਂਦੇ। ਟਰੂਥ ਐਂਡ ਰੀਕਨਸਾਈਲੇਸ਼ਨ ਠੀਕ ਆ, ਡੇ ਆ, ਪਰ ਉਸ ਗੱਲ ਦੇ ਉੱਤੇ ਸਾਡੇ ਜ਼ਖਮਾਂ ਦੇ ਉੱਤੇ ਜਿਹੜੀ ਮਰਹਮ ਪੱਟੀ ਕਰਨ ਦੇ ਲਈ ਤੁਹਾਨੂੰ ਆਉਣਾ ਚਾਹੀਦਾ ਸੀ। ਜਿਹੜੇ ਸਾਡੇ ਸਦਮਾ ਲੱਗਿਆ, ਸਾਨੂੰ ਸੱਟ ਲੱਗਿਆ, ਤੁਹਾਨੂੰ ਆਉਣਾ ਚਾਹੀਦਾ ਸੀ, ਪਰ ਬਜਾਏ ਇਸ ਦੇ ਕਿ ਤੁਸੀਂ ਇੱਥੇ ਆਓ, ਤੁਸੀਂ ਟਫੀਨੋ ਦੇ ਵਿੱਚ ਚਲੇ ਗਏ। ਕਾਫੀ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਾਹਮਣੇ ਬਿਠਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਾਈਆਂ ਕਿ ਜਿਹੜੀਆਂ ਥੋੜ੍ਹੀਆਂ ਜਿਹੀਆਂ ਅਨਕੰਫਰਟੇਬਲ ਵੀ ਸੀਗੀਆਂ। ਪਰ ਉਹ ਕਹਿੰਦੇ, ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਾਡਾ ਸਖਤ ਇਸ ਗੱਲ ਦੇ ਵਿੱਚ ਯਕੀਨ ਆ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਇਸ ਗੱਲ ਦੇ ਲਈ ਉਹ ਕਹਿੰਦੇ ਮੈਂ ਜ਼ਿੰਮੇਵਾਰ ਹਾਂ, ਮੈਂ ਇਸ ਗੱਲ ਦੇ ਲਈ ਮਾਫੀ ਮੰਗਦਾ ਹਾਂ ਕਿ ਜਿਹੜੇ ਉਸ ਦਿਨ ਮੈਨੂੰ ਇੱਥੇ ਆਉਣਾ ਚਾਹੀਦਾ ਸੀ ਅਤੇ ਜਿਨ੍ਹਾਂ ਦੇ ਉੱਤੇ ਇਹ ਇੰਪੈਕਟ ਪਿਆ, ਜਿਹੜੇ ਆਸ ਕਰਦੇ ਸੀਗੇ ਕਿ ਇੱਥੇ ਆ ਕੇ ਉਹਨਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਮਿਲਣਗੇ, ਉਹਨਾਂ ਦੇ ਨਾਲ ਗੱਲਬਾਤ ਕਰਨਗੇ ਜਾਂ ਜਿਹੜਾ ਜਿੱਡਾ ਵੱਡਾ ਉਹਨਾਂ ਨੂੰ ਸਦਮਾ ਲੱਗਾ ਉਹਦੇ ਬਾਰੇ ਗੱਲਬਾਤ ਹੋਣਗੀ। ਉਹ ਕਹਿੰਦੇ ਗੱਲ ਉਸ ਦਿਨ ਟਰੁੱਥ ਅਤੇ ਰੀਕਨਸਾਈਲੇਸ਼ਨ ਦੀ ਹੋਣੀ ਚਾਹੀਦੀ ਸੀ, ਪਰ ਗੱਲ ਮੇਰੇ ਬਾਰੇ ਹੋਈ ਗਈ ਕਿ ਪ੍ਰਧਾਨ ਮੰਤਰੀ ਇੱਥੇ ਕਿਉਂ ਨਹੀਂ ਪਹੁੰਚੇ। ਜਿਹੜੇ ਇੰਡੀਜੀਨੀਅਸ ਰਾਈਟ ਹੋਲਡਰਸ ਨੇ ਉਹਨਾਂ ਤੋਂ ਬਾਅਦ ਜਰਨਲਿਸਟ ਨੇ ਬਾਰ-ਬਾਰ ਉਹਨਾਂ ਕੋਲੋਂ ਸਵਾਲ ਪੁੱਛੇ ਗਏ ਸੀ। ਜਿਹੜੇ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਡਿਸੀਜਨਸ ਨੇ ਆਟਵਾ ਦੇ ਵਿੱਚ ਕੰਪਨਸੇਸ਼ਨ ਬਾਰੇ, ਜਿਹੜੀ ਇੰਡੀਜੀਨੀਅਸ ਚਿਲਡਰਨ ਆ ਜਿਨ੍ਹਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਰਿਮੂਵ ਕੀਤਾ ਗਿਆ ਸੀ, ਉਹਦੇ ਬਾਰੇ ਉਹਨਾਂ ਦੀ ਕੀ ਰਾਏ ਹੈ। ਇਹਦੇ ਬਾਰੇ ਵਾਰ-ਵਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੂੰ ਕੁਐਸਚਨ ਵੀ ਪੁੱਛੇ ਗਏ। ਸੋ ਜਿਹੜਾ ਉਹਨਾਂ ਨੇ ਉੱਥੋਂ ਦੇ ਕੈਮਲੂਪਸ ਦੇ ਵਿੱਚ ਉਸ ਕਮਿਊਨਿਟੀ ਦੇ ਇਨਵੀਟੇਸ਼ਨ ਨੂੰ ਇਗਨੋਰ ਕਰਕੇ ਪਹਿਲਾ ਨੈਸ਼ਨਲ ਡੇ ਫॉर ਟਰੂਥ ਐਂਡ ਰੀਕਨਸਾਈਲੇਸ਼ਨ ਪਿਛਲੇ ਮਹੀਨੇ ਦੇ ਵਿੱਚ ਟਫੀਨੋ ਦੇ ਵਿੱਚ ਮਨਾਇਆ ਸੀ, ਉਹਨੂੰ ਅੱਜ ਕਿਹਾ ਜਾ ਸਕਦਾ ਕਿ ਠੀਕ ਠਾਕ ਕਰਨ ਦੇ ਲਈ ਬੀਤੇ ਕੱਲ੍ਹ ਸੋਮਵਾਰ ਉੱਥੇ ਗਏ ਆ। ਅਤੇ ਉਹਨਾਂ ਦੇ ਸਾਹਮਣੇ ਜਦੋਂ ਜਸਟਿਨ ਟਰੂਡੋ ਬੈਠੇ ਆ, ਉਹਨਾਂ ਨੇ ਆਪਣੇ ਹੈਂਡ ਜਿਹੜੇ ਕ੍ਰੋਸ ਕੀਤੇ ਸੀ ਟੇਬਲ 'ਤੇ ਸਾਹਮਣੇ, ਉਹ ਜਿਹੜੇ ਕੈਸ਼ਮੀਰ ਉਹਨਾਂ ਦੇ ਸਾਹਮਣੇ ਸੀ। ਉਹਦੇ ਤੋਂ ਬਾਅਦ ਉਹਨਾਂ ਨੇ 30 ਸਤੰਬਰ ਵਾਲੀ ਗੱਲ ਦੇ ਉੱਤੇ ਸਿੱਧਾ ਉਹਨਾਂ ਨੂੰ ਇਲਜ਼ਾਮ ਲਾਏ ਉਹਨਾਂ ਦੇ ਉੱਤੇ। ਉਹਨਾਂ ਨੇ ਕਿਹਾ ਜਿਹੜੇ ਇਹਨਾਂ ਦੇ ਚੀਫ ਸੀਗੇ
ਇੰਡੀਜੀਨਸ ਲੋਕਾਂ ਦੇ। ਉਹ ਕਹਿੰਦੇ ਅਸੀਂ ਸ਼ੌਕ ਦੇ ਵਿੱਚ ਸੀ, ਅਸੀਂ ਗੁੱਸੇ ਦੇ ਵਿੱਚ ਸੀ, ਅਸੀਂ ਦੁੱਖ ਦੇ ਵਿੱਚ ਸੀ, ਇਸ ਕਮਿਊਨਿਟੀ ਦੇ ਵਿੱਚ ਸਾਡੇ ਕੋਲ ਤੁਹਾਨੂੰ ਆਉਣਾ ਚਾਹੀਦਾ ਸੀ। ਸੋ ਕਾਫੀ ਹਫ਼ਤਿਆਂ ਬਾਅਦ ਉਹਨਾਂ ਨੇ ਜਸਟਿਨ ਟਰੂਡੋ ਹੋਰਾਂ ਨੇ ਇਹ ਸਾਰੀ ਘਟਨਾ ਤੋਂ ਬਾਅਦ ਇਹ ਵਿਜ਼ਿਟ ਨੂੰ ਖਾਸ ਧਿਆਨ ਦੇ ਨਾਲ ਦੇਖਿਆ ਜਾ ਰਿਹਾ ਸੀ। 30 ਸਤੰਬਰ ਨੂੰ ਜਦੋਂ ਉਹ ਵੋਕੇਸ਼ਨ ਮਨਾ ਰਿਹਾ ਸੀ ਟਿਫੀਨੋ ਦੇ ਵਿੱਚ, ਅਤੇ ਉਹਦੇ ਤੋਂ ਬਾਅਦ ਉਹਨਾਂ ਨੇ ਹਾਲਾਂਕਿ ਆਟਵਾ ਦੇ ਵਿੱਚ ਜਾ ਕੇ ਵਾਪਸ ਮਾਫੀ ਮੰਗ ਲਈ ਸੀ ਕਿ ਮੈਨੂੰ ਉਸ 30 ਸਤੰਬਰ ਵਾਲੇ ਦਿਨ, ਜਿੱਦਣ ਪਹਿਲਾ ਕੈਨੇਡਾ ਦਾ ਟਰੁਥ ਐਂਡ ਰਿਕਨਸੀਲੀਏਸ਼ਨ ਡੇ ਸੀ, ਉਸ ਦਿਨ ਮੈਨੂੰ ਉੱਥੇ ਹੋਣਾ ਚਾਹੀਦਾ ਸੀ, ਪਰ ਮੈਂ ਨਹੀਂ ਗਿਆ। ਪਰ ਹੁਣ ਜਦੋਂ ਪਰਸਨਲੀ ਉੱਥੇ ਗਏ ਆ ਅਤੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ, ਮਾਫੀ ਮੰਗੀ ਆ ਉੱਥੇ ਜਾ ਕੇ ਆਪ, ਤਾਂ ਉਹਦੇ ਨਾਲ ਹੁਣ ਥੋੜ੍ਹੇ ਜਿਹੇ ਹਾਲਾਤ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਵ ਸਰਕਾਰ ਅਤੇ ਦੂਜੇ ਪਾਸੇ ਜਿਹੜੇ ਇਹ ਇੰਡੀਜੀਨੀਅਸ ਲੋਕ ਨੇ ਇਹਨਾਂ ਦੇ ਵਿਚਕਾਰ ਠੀਕ ਠਾਕ ਹੋਈ ਆ। ਹਾਲਾਂਕਿ ਉਸ ਟਰੁਥ ਅਤੇ ਰਿਕਨਸੀਲੀਏਸ਼ਨ ਡੇ ਤੋਂ ਇੱਕ ਰਾਤ ਪਹਿਲਾਂ ਉਹਨਾਂ ਨੇ ਟੈਲੀਫੋਨ ਦੇ ਉੱਤੇ ਬਹੁਤ ਸਾਰੇ ਸਰਵਾਈਵਰਸ ਦੇ ਨਾਲ ਗੱਲਬਾਤ ਵੀ ਕੀਤੀ ਸੀ। ਪਾਰਲੀਮੈਂਟ ਹਿੱਲ ਦੇ ਉੱਤੇ ਈਵੈਂਟ ਵੀ ਅਟੈਂਡ ਕੀਤਾ ਸੀ ਇਹ ਸਾਰੇ ਕੁਛ ਦੇ ਵਿੱਚ, ਪਰ ਫਿਰ ਵੀ ਉਹਨਾਂ ਨੇ ਕਿਹਾ ਸੀ ਕਿ ਮੇਰਾ ਇਸ ਵੇਲੇ ਟਰੈਵਲ ਕਰਨਾ ਇੱਕ ਗਲਤੀ ਸੀ। ਉਹਦੇ ਤੋਂ ਬਾਅਦ ਕੈਸ਼ਮੀਰ ਨੇ ਇਸ ਗੱਲ ਦੇ ਉੱਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਕਿ ਇੱਕ ਬਹੁਤ ਲੰਬੇ ਸਮੇਂ ਤੋਂ ਉਡੀਕ ਕੀਤਾ ਜਾ ਰਿਹਾ ਪਲ ਸੀ ਜਿਹਨੂੰ ਪ੍ਰਧਾਨ ਮੰਤਰੀ ਨੇ ਆਏ ਆ ਇੱਥੇ, ਸਾਡੇ ਕੋਲ ਪਹੁੰਚ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ, ਸਾਡੇ ਕੋਲੋਂ ਮਾਫੀ ਮੰਗੀ ਆ। ਸਿੱਧਾ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਨੇ ਜਾਣਸਾਰ ਪ੍ਰਧਾਨ ਮੰਤਰੀ ਨੂੰ ਬਹੁਤ ਸਖਤ ਸ਼ਬਦ ਉਹਨਾਂ ਦੇ ਲਈ ਵਰਤੇ। ਬਾਅਦ ਦੇ ਵਿੱਚ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇੱਥੇ ਆ ਕੇ ਇਹ ਸਾਰੇ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ। ਕੋਵਿਡ ਦੀ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਹਾਲਤ ਆ। ਕਈ ਥਾਵਾਂ ਦੇ ਉੱਤੇ ਕੋਵਿਡ ਘਟ ਰਿਹਾ, ਕਾਬੂ ਦੇ ਵਿੱਚ ਆ ਰਿਹਾ, ਜਿੱਦਾਂ ਕਿ ਕੈਨੇਡਾ ਦੇ ਵਿੱਚ, ਪਰ ਕੁਝ ਥਾਵਾਂ ਦੇ ਉੱਤੇ ਇਸ ਵੇਲੇ ਵੀ ਖਤਰਾ ਪੂਰਾ ਬਣਿਆ ਹੋਇਆ, ਜਿਵੇਂ ਕਿ ਯੂਕੇ ਦੇ ਵਿੱਚ। ਯੂਕੇ ਦੇ ਵਿੱਚ ਬਹੁਤ ਸਾਰੇ ਸਾਇੰਟਿਸਟ ਇਸ ਵੇਲੇ ਬ੍ਰਿਟਿਸ਼ ਸਰਕਾਰ ਨੂੰ ਕਹਿ ਰਹੇ ਆ ਕਿ ਸੋਸ਼ਲ ਰਿਸਟ੍ਰਿਕਸ਼ਨਸ ਦੁਬਾਰਾ ਲਾ ਦਿੱਤੀਆਂ ਜਾਣ ਅਤੇ ਜਿਹੜਾ ਬੂਸਟਰ ਸ਼ਾਟ ਲੱਗ ਰਿਹਾ ਵੈਕਸੀਨ ਦਾ ਉਹਨੂੰ ਤੇਜ਼ ਕੀਤਾ ਜਾਵੇ। ਯੂਰਪ ਦੇ ਵਿੱਚ ਆਲਰੇਡੀ ਨੰਬਰ ਕਾਫੀ ਜ਼ਿਆਦਾ ਕੋਵਿਡ ਦੇ ਵੱਧ ਰਹੇ ਆ। ਯੂਕੇ ਦੇ ਵਿੱਚ 49,156 ਨਵੇਂ ਕੋਵਿਡ-19 ਦੇ ਕੇਸ ਸੋਮਵਾਰ ਨੂੰ, ਜਾਣੀ ਕਿ ਸਾਡੇ ਬੀਤੇ ਕੱਲ੍ਹ ਉੱਥੇ ਆਏ ਆ, ਜਿਹੜਾ ਕਿ ਸਭ ਤੋਂ ਵੱਡਾ ਨੰਬਰ ਹੁਣ ਤੱਕ ਦਾ ਹੈਗਾ ਜੇਕਰ ਮਿਡ ਜੁਲਾਈ ਤੋਂ ਹੁਣ ਤੱਕ ਦੇਖਿਆ ਜਾਵੇ। ਭਾਵ ਇਹ ਨੰਬਰ ਥੱਲੇ ਆਉਣ ਦੀ ਬਜਾਏ ਉੱਪਰ ਨੂੰ ਜਾ ਰਿਹਾ। 49,156 ਕੇਸ ਇੱਕ ਦਿਨ ਦੇ ਵਿੱਚ ਆਉਣੇ ਆ। ਨਵੀਆਂ ਇਨਫੈਕਸ਼ਨਸ ਜਿਹੜੀਆਂ ਹੈਗੀਆਂ ਉਹ ਵੀ ਕਾਫੀ ਜ਼ਿਆਦਾ, ਐਵਰੇਜ ਉਹਦੀ ਵੀ ਕਾਫੀ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਹੈਗੀ ਆ। 15% ਇਨਕਰੀਜ਼ ਇਸ ਇਨਫੈਕਸ਼ਨ ਦੇ ਵਿੱਚ ਡੇਲੀ ਕੇਸਿਸ ਦੇ ਵਿੱਚ ਹੋਇਆ। ਪਿਛਲੇ ਹਫ਼ਤੇ ਜਿਹੜਾ ਆਫਿਸ ਸੀਗਾ ਨੈਸ਼ਨਲ ਸਟੈਟਿਸਟਿਕਸ, ਉਹਨੇ ਐਸਟੀਮੇਟ ਕੀਤਾ ਸੀ ਕਿ 60 ਬੰਦਿਆਂ ਦੇ ਵਿੱਚੋਂ ਇੱਕ ਬੰਦਾ ਇੰਗਲੈਂਡ ਦੇ ਵਿੱਚ ਉਹਨੂੰ ਵਾਇਰਸ ਹੋ ਚੁੱਕਾ। ਇਹ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਲੈਵਲ ਆ ਇਸ ਵੇਲੇ ਇਹ ਸਾਰੀ ਪੈਂਡੈਮਿਕ ਦੇ ਦੌਰਾਨ। ਜੁਲਾਈ ਦੇ ਵਿੱਚ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਉੱਤੇ ਉਹਨਾਂ ਦੀ ਸਰਕਾਰ ਨੇ ਬਹੁਤ ਸਾਰੀਆਂ ਲੀਗਲ ਰੈਸਟ੍ਰਿਕਸ਼ਨਸ ਨੂੰ ਚੱਕ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਨਾ ਪਾਬੰਦੀਆਂ ਦੀ ਲੋੜ ਨਹੀਂ ਆ, ਹੁਣ ਸਾਰਾ ਕੁਝ ਠੀਕ ਠਾਕ ਹੋ ਜਾਣਾ। ਉਹਨਾਂ ਨੇ ਇਹਨਾਂ ਸਾਰੇ ਕੁਝ ਨੂੰ ਚੱਕ ਦਿੱਤਾ ਸੀ ਅਤੇ ਹੁਣ ਉਹਨਾਂ ਪਾਬੰਦੀਆਂ ਨੂੰ ਦੁਬਾਰਾ ਲਾਉਣ ਦੀ ਗੱਲਬਾਤ ਚੱਲ ਰਹੀ ਆ ਤਾਂ ਕਿ ਇਸ ਵਾਇਰਸ ਦੇ ਸਪਰੈਡ ਨੂੰ ਸਲੋ ਕੀਤਾ ਜਾਵੇ। ਸੋਸ਼ਲ ਡਿਸਟੈਂਸਿੰਗ ਦੇ ਰੂਲਸ ਦੁਬਾਰਾ ਲਿਆਤੇ ਜਾਣਗੇ। ਜਿਹੜੇ ਨਾਈਟ ਕਲੱਬ ਅਤੇ ਹੋਰ ਕਰਾਊਡਡ ਵੈਨਿਊਜ਼ ਹੈਗੇ ਆ ਉਹਨਾਂ ਨੂੰ ਫੁੱਲ ਕਪੈਸਿਟੀ ਉੱਥੇ ਅਲਾਓ ਕੀਤਾ ਗਿਆ ਕਿ ਤੁਸੀਂ ਖੋਲ੍ਹ ਸਕਦੇ ਆ। ਜਿਹੜੇ ਲੋਕ ਆ ਉਹ ਹੋਰ ਬਹੁਤਾ ਸਮਾਂ ਇਸ ਵੇਲੇ ਘਰਾਂ ਤੋਂ ਕੰਮ ਨਹੀਂ ਕਰ ਰਹੇ। ਇਸ ਵੇਲੇ ਸਾਰਾ ਕੁਝ ਜੋਕਰ ਉੱਥੇ ਹੋ ਰਿਹਾ, ਜਿਹੜੇ ਮਾਡਲਰ ਨੇ ਜਿਹੜੇ ਇਸ ਗੱਲ ਬਾਰੇ ਮਾਡਲਿੰਗ ਕਰਦੇ ਆ ਕਿ ਜੇ ਇਸ ਤਰੀਕੇ ਨਾਲ ਕੇਸਿਸ ਵੱਧ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ, ਉਹ ਜਿਹੜੇ ਮਾਡਲਰਸ ਨੇ ਉਹ ਇਸ ਵੇਲੇ ਦੱਸ ਰਹੇ ਆ ਕਿ ਕੇਸਿਸ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਯੂਕੇ ਦੇ ਵਿੱਚ ਵੱਧ ਸਕਦੇ ਆ। ਜਿਹੜੀ ਇਨਫੈਕਸ਼ਨ ਆ ਇਹ ਕਾਫੀ ਜ਼ਿਆਦਾ ਇਸ ਵੇਲੇ ਹਾਈ ਰੇਟ ਦੇ ਉੱਤੇ ਆ। ਹੌਸਪੀਟਲਾਈਜੇਸ਼ਨ, ਡੈਥਸ, ਇਹ ਵੀ ਐਵਰੇਜ ਜਿਹੜਾ 100 ਰੋਜ਼ ਦੀਆਂ 100 ਤੋਂ ਜ਼ਿਆਦਾ ਹੋ ਰਹੀਆਂ। ਇਹ ਨੰਬਰ ਵੀ ਇਸ ਵੇਲੇ ਥੱਲੇ ਨਹੀਂ ਆ ਰਿਹਾ। ਜਿਹੜੀਆਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸੀਗਾ ਕਿ ਲੋਕ ਬਹੁਤ ਜਲਦੀ ਰਿਸਟ੍ਰਿਕਸ਼ਨਸ ਚੱਕਣ ਤੋਂ ਬਾਅਦ ਨਾਰਮਲ ਹੋ ਗਏ। ਜਿਹੜੀਆਂ ਪ੍ਰੀ ਪੈਂਡੇਮਿਕ ਬਿਹੇਵੀਅਰ ਸੀ ਉਹਦੇ ਵੱਲ ਨੂੰ ਚਲੇ ਗਏ। ਮਾਸਕ, ਸੋਸ਼ਲ ਡਿਸਟੈਂਸਿੰਗ ਉਹ ਚਲੇ ਗਏ। ਬਹੁਤ ਸਾਰੀਆਂ ਸੈਟਿੰਗਸ ਦੇ ਵਿੱਚ ਇੰਗਲੈਂਡ ਦੇ ਵਿੱਚ ਹੈ ਨਹੀਂ, ਚਾਹੇ ਸਕੂਲ ਆ ਚਾਹੇ ਦੂਜੇ ਪਾਰਟਸ ਯੂਕੇ ਦੇ ਵਿੱਚ ਕਿਤੇ ਥੋੜ੍ਹੇ ਜਿਹੇ ਹੈਗੇ ਆ, ਪਰ ਅਦਰਵਾਈਜ਼ ਇਹ ਜਾ ਚੁੱਕੇ ਆ। ਸ਼ਾਪਸ ਜਿੱਥੇ ਕਿ ਮਾਸਕ ਰਿਕਮੈਂਡਡ ਵੀ ਹੈਗੇ ਆ, ਲੰਡਨ ਟਰਾਂਜ਼ਿਟ ਨੈਟਵਰਕ ਦੇ ਵਿੱਚ ਜਿੱਥੇ ਕਿ ਇਹ ਮੈਂਡੇਟਰੀ ਹੈਗੇ ਆ, ਉੱਥੇ ਵੀ ਕਿਤੇ ਨਾ ਕਿਤੇ ਇਹਨਾਂ ਦੀ ਜਿਹੜਾ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਹੜਾ ਪ੍ਰੂਫ ਆਫ ਵੈਕਸੀਨੇਸ਼ਨ ਆ ਇਹਨੂੰ ਨਾਈਟ ਕਲੱਬਸ ਦੇ ਵਿੱਚ, ਕੌਨਸਰਟਸ ਦੇ ਵਿੱਚ ਜਾਂ ਮਾਸ ਈਵੈਂਟਸ ਦੇ ਵਿੱਚ ਇੰਗਲੈਂਡ ਦੇ ਵਿੱਚ ਇਹਨੂੰ ਡਰੋਪ ਕਰ ਦਿੱਤਾ ਗਿਆ ਸੀ ਕਿਉਂਕਿ ਕੰਜ਼ਰਵੇਟਿਵ ਸਰਕਾਰ ਇਸ ਗੱਲ ਦੇ ਵਿਰੋਧ ਦੇ ਸੰਬੰਧ ਵਿੱਚ ਇਹਨੂੰ ਫਿਰ ਕਰ ਦਿੱਤਾ ਗਿਆ ਕਿ ਇਹਨੂੰ ਲੋੜ ਨਹੀਂ ਹੈ। ਇਹਨੂੰ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨੂੰ ਵੀ ਪਿੱਛੇ ਕਰ ਦਿੱਤਾ ਸੀ।
ਜਿਹੜਾ ਬ੍ਰਿਟਨ ਦਾ ਵੈਕਸੀਨੇਸ਼ਨ ਪ੍ਰੋਗਰਾਮ ਆ ਇਹ ਵੀ ਕਾਫੀ ਤੇਜ਼ੀ ਦੇ ਨਾਲ ਸਟਾਰਟ ਹੋਇਆ ਸੀ। ਜਿਹੜੇ ਜ਼ਿਆਦਾ ਉਮਰ ਵਾਲੇ ਤੇ ਵਲਨਰੇਬਲ ਸੀ ਉਹਨਾਂ ਨੂੰ ਪਹਿਲਾਂ ਲਾ ਦਿੱਤਾ ਸੀ। ਲਾਸਟ ਦਸੰਬਰ ਦੇ ਵਿੱਚ ਉਹਨਾਂ ਨੂੰ ਵੈਕਸੀਨ ਦੀ ਡੋਜ਼ ਲੱਗ ਚੁੱਕੀ ਸੀ। ਮਤਲਬ ਇਹ ਆ ਕਿ ਮਿਲੀਅਨਸ ਜਿਹੜੇ ਲੋਕ ਆ ਉਹਨਾਂ ਨੂੰ ਵੈਕਸੀਨ ਦੀਆਂ ਡੋਜ਼ਸ ਲੱਗ ਚੁੱਕੀਆਂ, ਉਹਨਾਂ ਨੂੰ ਲੱਗੀਆਂ ਨੂੰ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ। ਤੇ ਸਟੱਡੀਜ਼ ਹੁਣ ਇਹ ਵੀ ਆਉਂਦੀਆਂ ਹੈ ਕਿ ਜਦੋਂ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਜਾਂਦਾ ਉਹਦੇ ਤੋਂ ਬਾਅਦ ਇਹਦੀ ਤਾਕਤ ਘਟਣ ਲੱਗ ਪੈਂਦੀ ਹੈ, ਭਾਵ ਕੋਵਿਡ ਦੁਬਾਰਾ ਹੋ ਸਕਦਾ। ਹੁਣ ਉਸ ਹਿਸਾਬ ਦੇ ਵਿੱਚ ਜਿਹੜੇ ਮਿਲੀਅਨਸ ਹੋਰ ਲੋਕ ਨੇ ਉਹਨਾਂ ਨੂੰ ਇਸ ਵੇਲੇ ਬੂਸਟਰ ਸ਼ਾਟ ਦਿੱਤਾ ਜਾ ਰਿਹਾ UK ਦੇ ਵਿੱਚ, ਪਰ ਉਹ ਬਹੁਤ ਸਲੋ ਆ। 80% ਤੋਂ ਜ਼ਿਆਦਾ ਲੋਕ ਉੱਥੇ 12 ਸਾਲ ਤੋਂ ਉੱਪਰ ਉਮਰ ਵਾਲੇ ਵੈਕਸੀਨੇਟ ਹੋ ਚੁੱਕੇ ਆ। ਜਿਹੜੀਆਂ ਨੰਬਰ ਆਫ ਡੋਜ਼ਸ ਇਸ ਵੇਲੇ ਡਿਲੀਵਰ ਕੀਤੀਆਂ ਜਾ ਰਹੀਆਂ ਉਹ ਬਹੁਤ ਤੇਜ਼ੀ ਦੇ ਨਾਲ ਉਹਨਾਂ ਦੇ ਵਿੱਚ ਡਿਕਲਾਈਨ ਆ ਰਿਹਾ, ਘਟ ਆ ਰਿਹਾ, ਉਹ ਥੱਲੇ ਨੂੰ ਜਾ ਰਹੀਆਂ। ਜਿਹੜਾ UK ਸੀਗਾ ਇਹਨੇ ਤੁਹਾਨੂੰ ਯਾਦ ਹੋਊਗਾ ਕਿ ਕਾਫੀ ਲੰਬਾ ਸਮਾਂ ਉਡੀਕ ਕੀਤੀ ਸੀ। US ਦੇ ਵਾਂਗੂ ਬਹੁਤ ਸਾਰੀਆਂ ਯੂਰਪੀਅਨ ਨੇਸ਼ਨਸ ਤੇ ਵੈਕਸੀਨ ਜਿਹੜੇ 12 ਤੋਂ 15 ਸਾਲ ਦੇ ਬੱਚਿਆਂ ਦੇ ਵਿੱਚ ਵੈਕਸੀਨ ਲੱਗਣੀ ਸੀ ਉਹਦੇ ਵਿੱਚ ਇਹਨਾਂ ਨੇ ਕਾਫੀ ਚਿਰ ਉਡੀਕ ਕੀਤੀ, ਜਿਹਦਾ ਖਾਮਿਆਜਾ ਇਹਨਾਂ ਨੂੰ ਇਸ ਵੇਲੇ ਭੁਗਤਣਾ ਪੈ ਰਿਹਾ। ਹੋ ਸਕਦਾ ਇੰਗਲੈਂਡ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਰੈਸਟ੍ਰਿਕਸ਼ਨਸ ਦੁਬਾਰਾ ਲੱਗ ਜਾਣ। ਚੀਨ ਦੇ ਵਿੱਚ ਵਿੰਟਰ ਓਲੰਪਿਕ ਹੋਣੀਆਂ, ਬਹੁਤ ਸਾਰੇ ਹਿਊਮਨ ਰਾਈਟ ਐਕਟਿਵਿਸਟ ਤੇ ਉਹ ਬੇਨਤੀ ਕਰ ਰਹੇ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਰਕਾਰਾਂ ਨੂੰ, ਸਪਾਂਸਰਸ ਨੂੰ ਤੇ ਐਥਲੀਟਸ ਨੂੰ। ਅੱਜ ਉਹਨਾਂ ਨੇ ਮੰਗਲਵਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਇਹਨਾਂ ਨੂੰ ਚੀਨ ਦੀਆਂ ਜੈਨੋਸਾਈਡ ਗੇਮਸ ਕਿਹਾ ਆ। ਜਦੋਂ ਗ੍ਰੀਕ ਅਫੀਸ਼ੀਅਲਸ ਨੇ ਹੈਂਡਡ ਓਵਰ ਕੀਤੀ ਹੈ ਇਹ ਓਲੰਪਿਕ ਫਲੇਮ 2022 ਬੀਜਿੰਗ ਦੀ ਵਿੰਟਰ ਗੇਮਸ ਦੀ ਆਰਗੇਨਾਈਜੇਸ਼ਨ ਦੇ ਵਿੱਚ, ਤੇ ਹੁਣ ਜਿਹੜੇ ਐਕਟਿਵਿਸਟ ਨੇ, ਇਹ ਗਰੁੱਪਸ ਨੇ, ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਰੇ ਕੁਝ ਫਲੇਮ ਲਾਈਟਿੰਗ ਨੂੰ ਡਿਸਟਰਬਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਿੱਛੇ ਜਿਹੇ ਇਹਨਾਂ ਨੇ ਉਹ ਕੋਸ਼ਿਸ਼ ਕੀਤੀ ਵੀ ਆ। ਮਾਮਲਾ ਕੀ ਆ, ਉਹ ਇਹ ਕਹਿ ਰਹੇ ਆ ਕਿ ਇਹ ਇੱਕ ਹਿਪੋਕ੍ਰੇਸੀ ਆ। ਜਿਹੜੀ ਓਲੰਪਿਕ ਕਮੇਟੀ, ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ, ਕਿ ਉਹਦੀ ਇੱਕ ਹਿਪੋਕ੍ਰੇਸੀ ਆ ਕਿ ਚੀਨ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਮਨੁੱਖੀ ਹੱਕਾਂ ਦੇ ਘਾਣ ਦੇ ਲਈ ਜ਼ਿੰਮੇਵਾਰ ਆ। ਉਹਨਾਂ ਨੂੰ ਇਸ ਕਰਕੇ ਉੱਥੇ ਓਲੰਪਿਕ, ਇਹ ਵਿੰਟਰ ਓਲੰਪਿਕਸ ਨਹੀਂ ਹੋਣੀਆਂ ਚਾਹੀਦੀਆਂ, ਇਹਦਾ ਬਾਈਕਾਟ ਕਰਨਾ ਚਾਹੀਦਾ। ਜਿਹੜੇ ਉਈਗਰ ਮੁਸਲਮਾਨ ਨੇ ਚੀਨ ਦੇ ਵਿੱਚ, ਉਹਨਾਂ ਦਾ ਮਾਮਲਾ ਬਹੁਤ ਲੰਬੇ ਸਮੇਂ ਤੋਂ ਭਖ ਰਿਹਾ। ਨਾਰਥ ਵੈਸਟ ਰੀਜਨ ਜਿਹੜਾ ਸ਼ਿਨਜਿੰਗ ਪ੍ਰਾਂਤ ਆ ਉਹਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੇ ਹਾਂਗਕਾਂਗ ਦੇ ਵਿੱਚ ਪ੍ਰੋਟੈਸਟ ਹੈਗੇ ਆ, ਇਸੇ ਤਰ੍ਹਾਂ ਉਹਦੀਆਂ ਪਾਲਿਸੀਜ਼ ਨੇ ਤਿੱਬਤ ਵਜ ਜਾਂ ਤਾਈਵਾਨ ਦੇ ਲਈ। ਸੋ ਤਿੱਬਤ ਲਈ, ਤਾਈਵਾਨ ਦੇ ਲਈ ਜਾਂ ਹਾਂਗਕਾਂਗ ਦੇ ਵਿੱਚ, ਜਾਂ ਜਿਹੜੇ ਉਈਗਰ ਭਾਈਚਾਰਾ ਆ ਉੱਥੇ ਮੁਸਲਮਾਨ ਨੇ ਜ਼ਿਨਜਿੰਗ ਸੂਬੇ ਦੇ ਵਿੱਚ, ਉਸ ਮਾਮਲੇ ਦੇ ਵਿੱਚ ਜਿਹੜੇ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਐਕਟਿਵਿਸਟ ਨੇ ਉਹ ਇਸ ਹੱਕ ਵਿੱਚ ਆਏ ਆ ਕਿ ਉਹ ਭਾਈਚਾਰਾ, ਇੱਕ ਵੱਡੀ ਗਿਣਤੀ ਸ਼ਿਨਜਿੰਗ ਪ੍ਰਾਂਤ ਦੇ ਵਿੱਚ ਉਈਗਰ ਭਾਈਚਾਰੇ ਦੀ, ਜਿਨ੍ਹਾਂ ਨੂੰ ਮਾਡਰਨ ਕਰਨ ਦੇ ਨਾਂ ਦੇ ਉੱਤੇ, ਜਿਨ੍ਹਾਂ ਨੂੰ ਐਜੂਕੇਸ਼ਨ ਦੇਣ ਦੇ ਨਾਂ ਦੇ ਉੱਤੇ ਡਿਟੈਂਸ਼ਨ ਕੈਂਪਾਂ ਦੇ ਵਿੱਚ ਰੱਖਿਆ ਆ। ਇਹਦੀ ਪੂਰੇ ਦੁਨੀਆ ਦੇ ਵਿੱਚ ਗੱਲਬਾਤ ਚੱਲੀ ਆ ਕਿ ਉਹੀ ਚੀਨ ਆ ਜਿਹੜਾ ਇੱਕ ਪਾਸੇ ਪੂਰੀ ਦੀ ਪੂਰੀ ਉਹਨਾਂ ਦੀ ਨਸਲ ਖਤਮ ਕਰਨ ਤੇ ਤੁਲਿਆ ਆ ਕਿ ਇਹਨਾਂ ਨੂੰ ਖਤਮ ਹੀ ਕਰ ਦੇਣਾ। ਇਹਨਾਂ ਨੂੰ ਜਿਹੜੇ ਸਿੱਖਿਅਕ ਕਰਨ ਦੇ ਨਾਂ ਦੇ ਥੱਲੇ ਉਹਨਾਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਜਾਂਦਾ, ਉਹਨਾਂ ਦੀ ਬੋਲੀ ਭੁਲਾਈ ਜਾ ਰਹੀ ਆ। ਸਾਰਾ ਕੁਛ ਉਹਨਾਂ ਕੋਲੋਂ ਅਣਮਨੁੱਖੀ ਤਰੀਕੇ ਦੇ ਨਾਲ ਕਿੰਨੇ ਘੰਟੇ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਕਿ ਉਹ ਚੀਨ ਜਿਹੜਾ ਇੱਕ ਪਾਸੇ ਇਹ ਕੰਮ ਕਰ ਰਿਹਾ ਆ, ਦੂਜੇ ਪਾਸੇ ਜਿਹੜਾ ਉਹ ਦੁਨੀਆ ਦੀਆਂ ਇਹਨਾਂ ਖੇਡਾਂ ਨੂੰ ਹੋਸਟ ਕਰ ਰਿਹਾ। ਇਹ ਨਹੀਂ ਹੋਣਾ ਚਾਹੀਦਾ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਣਾ ਚਾਹੀਦਾ। ਹਿਊਮਨ ਰਾਈਟਸ ਜਿਹੜੇ ਹੈਗੇ ਆ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹਨਾਂ ਨੇ ਪ੍ਰਦਰਸ਼ਨ ਵੀ ਕੀਤੇ ਆ, ਤੇ ਹੁਣ ਉਹਨਾਂ ਨੇ ਇੱਕ ਇਹਨਾਂ ਲੋਕਾਂ ਦੇ, ਉਈਗਰ ਮੁਸਲਮਾਨਾਂ ਦੇ ਹੱਕ ਵਿੱਚ, ਜਿਹੜੇ ਕਿ 13 ਮਿਲੀਅਨ ਪਾਪੂਲੇਸ਼ਨ ਜਿਨ੍ਹਾਂ ਦੀ ਦੱਸੀ ਜਾਂਦੀ ਹੈ, ਉਹਨਾਂ ਦੇ ਹੱਕ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਹੈ ਕਿ ਇਹਦਾ ਬਾਈਕਾਟ ਕਰੋ, ਇਹ ਨਾ ਕੀਤੀ ਜਾਵੇ। ਜਿੱਥੇ ਉਹ ਵੱਖ-ਵੱਖ ਦੇਸ਼ਾਂ ਨੂੰ ਬੇਨਤੀ ਕਰ ਰਹੇ ਆ, ਉੱਥੇ ਉਹ ਖਿਡਾਰੀਆਂ ਨੂੰ ਵੀ ਬੇਨਤੀ ਕਰ ਰਹੇ ਆ, ਸਪਾਂਸਰਸ ਨੂੰ ਵੀ ਬੇਨਤੀ ਕਰ ਰਹੇ ਆ। ਚੀਨ ਦੇ ਵਿੱਚ ਵਿੰਟਰ ਓਲੰਪਿਕ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਦੇਖੋ ਇਹਨੂੰ ਚੀਨ ਕਿਸ ਤਰੀਕੇ ਦੇ ਨਾਲ ਹੈਂਡਲ ਕਰਦਾ। ਦੋਸਤੋ, ਪਿੱਛੇ ਜੇ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਵੈਨਕੂਵਰ ਦੇ ਵਿੱਚ ਸਟੈਨਲੇ ਪਾਰਕ ਦੇ ਵਿੱਚ ਕੋਇਟੀ ਜਿਹੜਾ ਜਾਨਵਰ ਆ ਉਹ ਬਹੁਤ ਸਾਰੇ ਹਮਲੇ ਕਰ ਰਿਹਾ। ਉਹਨੂੰ ਲੈ ਕੇ ਕੁਝ ਸਿਕਿਉਰਿਟੀਜ਼ ਨੂੰ ਮਾਰਿਆ ਵੀ ਗਿਆ ਸੀ। ਉਹਦੇ ਤੋਂ ਬਾਅਦ ਵਾਰਨਿੰਗਸ ਵੀ ਜਾਰੀ ਕੀਤੀਆਂ ਗਈਆਂ ਸੀ। ਪਾਰਕ ਦਾ ਟਾਈਮ ਵੀ ਬੰਦ ਕਰ ਦਿੱਤਾ ਗਿਆ ਸੀ, ਉਹਦਾ ਸਮਾਂ ਵੀ ਘਟਾ ਦਿੱਤਾ ਗਿਆ ਸੀ, ਬਹੁਤ ਕੁਝ ਕੀਤਾ ਗਿਆ। ਪਰ ਅੱਜ ਜਿਹੜੀ ਘਟਨਾ ਹੈ ਵੈਸਟ ਵੈਨਕੂਵਰ ਦੀ ਹੈ। ਵੈਸਟ ਵੈਨਕੂਵਰ ਦੇ ਵਿੱਚ ਇੱਕ ਔਰਤ ਜਿਹੜੀ ਕਿ ਮਾਂ ਆ, ਉਹਦਾ 13 ਸਾਲਾਂ ਦਾ ਇੱਕ ਬੱਚਾ ਆ, ਉਹ ਆਲੇ ਦੁਆਲੇ ਨੇਬਰਸ ਨੂੰ, ਲੋਕਾਂ ਨੂੰ ਕੁਝ ਦੱਸ ਰਹੀ ਹੈ। ਉਹ ਕੀ ਦੱਸ ਰਹੀ ਹੈ ਕਿ ਕੋਇਟੀਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਵੈਸਟ ਵੈਨਕੂਵਰ ਦੇ ਵਿੱਚ ਫਿਰ ਰਹੇ ਆ ਇਹ ਜਾਨਵਰ, ਕਿ 5 ਕੋਇਟੀਜ਼ ਨੇ ਉਹਦੇ 13 ਸਾਲਾ ਬੱਚੇ ਦੇ ਉੱਤੇ ਹਮਲਾ ਕਰ ਦਿੱਤਾ, ਜਾਂ ਇੱਦਾਂ ਕਹਿ ਲਓ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਸਕੂਲ ਨੂੰ ਜਾ ਰਿਹਾ ਸੀ। ਉਹਨਾਂ ਨੂੰ ਦੇਖ ਕੇ ਉਹ ਵਾਪਸ ਆਪਣੇ ਘਰ ਦੇ ਵਿੱਚ ਵੜ ਗਿਆ ਤੇ ਉਹਦੀ ਜਾਨ ਬਚ ਗਈ। ਕੋਇਟੀਜ਼ ਨੇ ਉਹਦਾ ਪਿੱਛਾ ਕੀਤਾ। ਪਿੱਛੇ ਜੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦੁਰਘਟਨਾਵਾਂ ਹੋਈਆਂ ਵੀ ਆ। ਇਹ ਘਟਨਾ ਸੋਮਵਾਰ ਸਵੇਰ ਦੀ ਆ। 8 ਵਜੇ
ਸਵੇਰੇ ਜਿਹੜਾ ਇਹ ਬੱਚਾ ਸੀਗਾ ਇਹ ਆਪਣੇ ਘਰ ਤੋਂ ਰੋਜ਼ ਦੀ ਤਰ੍ਹਾਂ 5 ਮਿੰਟ ਦੂਰੀ ਦੇ ਉੱਤੇ ਜਿਹੜਾ ਜਾ ਰਿਹਾ ਸੀ ਜਿੱਥੇ ਇਹਨੇ ਜਾਣਾ ਸੀ ਆਪਣੇ ਸਕੂਲ ਦੇ ਵਿੱਚ, ਤੇ ਉਹ ਦੱਸਦੀ ਹੈ ਕਿ ਕਿਉਰਟੀ ਸਟਰੀਟ ਦੇ ਉੱਤੇ ਸੀਗੀਆਂ। ਉਹਨਾਂ ਨੇ ਦੇਖ ਲਿਆ, ਉਹਨੂੰ ਦੇਖ ਕੇ ਉਹਦੇ ਵੱਲ ਤੁਰਨਾ ਸ਼ੁਰੂ ਕਰ ਦਿੱਤਾ। ਉਹ ਵਾਪਸ ਭੱਜਿਆ, ਵਾਪਸ ਭੱਜ ਕੇ ਆਪਣੇ ਘਰ ਦੇ ਵਿੱਚ ਆਪਣੀ ਮਾਂ ਦੇ ਕੋਲੋਂ ਚਲਾ ਗਿਆ ਤੇ ਜਿੱਥੇ ਜਾ ਕੇ ਉਹਦਾ ਬਚਾਅ ਹੋ ਗਿਆ। ਹੁਣ ਇਹ ਔਰਤ ਲੋਕਾਂ ਨੂੰ ਦੱਸ ਰਹੀ ਆ, ਆਲੇ ਦੁਆਲੇ ਦੇ ਲੋਕਾਂ ਨੂੰ ਦੱਸ ਰਹੀ ਹੈ। ਵੈਸਟ ਵੈਨਕੂਵਰ ਸੈਕੰਡਰੀ ਦੇ ਵਿੱਚ ਉਹ ਪੜ੍ਹਦਾ ਆ ਕਿ ਇਹ 50 ਫੁੱਟ ਦੂਰ ਕਹਿੰਦੇ ਜਾਨਵਰ ਉਹਦੇ ਕੋਲੋਂ ਰਹਿ ਗਏ ਤੇ ਉਹਦੇ ਉੱਤੇ ਹਮਲਾ ਹੋ ਸਕਦਾ ਸੀ। ਉਹ ਕਹਿੰਦੇ 4 ਕਿਉਰਟੀਜ਼ ਦੇਖੀਆਂ, ਫਿਰ ਉਹਨੂੰ 5ਵੀਂ ਨਜ਼ਰ ਆਈ, ਉਹਨੇ ਪਿੱਛੇ ਨੂੰ ਤੁਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਵੀ ਉਹਦੇ ਵੱਲੋਂ ਤੁਰਨਾ ਸ਼ੁਰੂ ਕਰ ਦਿੱਤਾ। ਹੁਣ ਇਹ ਸਾਰੇ ਮਾਮਲੇ ਦੀ ਜਾਣਕਾਰੀ ਜਿਹੜੀ ਆ ਅਧਿਕਾਰੀਆਂ ਨੂੰ ਦਿੱਤੀ ਗਈ ਆ, ਉਹ ਆਪਣੀ ਇਸ ਪੱਧਰ ਦੇ ਉੱਤੇ ਕੰਮ ਕਰ ਰਹੇ ਆ। ਉਹ ਕਹਿੰਦੇ ਅਸੀਂ ਬਹੁਤ ਜ਼ਿਆਦਾ ਨਰਵਸ ਹਾਂ ਇਸ ਗੱਲ ਤੋਂ ਕਿ ਇਸ ਸਟਰੀਟ ਦੇ ਉੱਤੇ ਅਸੀਂ ਰੋਜ਼ ਲੰਘਣਾ, ਰੋਜ਼ ਜਾਂਦੇ ਹਾਂ, ਉੱਥੇ ਜੇ ਇਸ ਤਰ੍ਹਾਂ ਜਾਨਵਰ ਆ ਕੇ ਸਾਡੇ ਵੱਲ ਤੁਰਨ ਲੱਗ ਪਏ ਜਾਂ ਸਾਡੇ ਉੱਤੇ ਹਮਲਾ ਕਰਨ ਲੱਗ ਪਏ ਤਾਂ ਇਹ ਚੀਜ਼ ਬਹੁਤ ਖਤਰਨਾਕ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਦੇ ਲੋਕਾਂ ਦੇ ਲਈ ਵੀ ਇਹ ਖਤਰਨਾਕ ਹੋ ਸਕਦੀ ਆ ਕਿ ਇਸ ਤਰ੍ਹਾਂ ਇਹ ਕਿਉਂ ਜਾਨਵਰ ਇੰਨੇ ਜ਼ਿਆਦਾ ਖਤਰਨਾਕ ਹੋ ਗਏ, ਕਿਉਂ ਜਾਨਵਰ ਇਸ ਤਰ੍ਹਾਂ ਲੋਕਾਂ ਦੇ ਉੱਤੇ ਅਟੈਕ ਕਰਨ ਲੱਗ ਪਏ ਆ, ਕਿਉਂ ਇਹ ਜਾਨਵਰ ਇਸ ਤਰੀਕੇ ਦਾ ਇਹਨਾਂ ਦਾ ਵਿਵਹਾਰ ਬਦਲ ਗਿਆ। ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਪਰ ਅਜੇ ਤੱਕ ਕਿਸੇ ਨੂੰ ਵੀ ਕੋਈ ਕਾਰਨ ਇਹਦਾ ਪਤਾ ਨਹੀਂ ਲੱਗਿਆ ਕਿਉਂਕਿ ਸਟੈਨਲੇ ਪਾਰਕ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਹਦੀਆਂ ਵਾਪਰੀਆਂ ਸੀ। ਕੁਛ ਕਿਹਾ ਜਾ ਰਿਹਾ ਕਿ ਆਲੇ ਦੁਆਲੇ ਜਿਹੜੀ ਡਿਵੈਲਪਮੈਂਟ ਹੋਈ ਹੈ, ਜਿਹੜੇ ਸਿਸਟਮ ਨੂੰ ਅਸੀਂ ਡਿਸਟਰਬ ਕੀਤਾ ਆ, ਉੱਥੋਂ ਸਿਕਿਉਰਿਟੀਜ਼ ਕਿਸੇ ਨਾ ਕਿਸੇ ਤਰ੍ਹਾਂ ਮੂਵ ਹੋ ਕੇ ਇਸ ਵੇਲੇ ਸ਼ਹਿਰਾਂ ਦੇ ਵਿੱਚ ਨੇ। ਪਰ ਉਹ ਔਰਤ, ਉਹ 13 ਸਾਲਾ ਬੱਚੇ ਦੀ ਮਾਂ ਲੋਕਾਂ ਨੂੰ ਵਾਰਨ ਕਰ ਰਹੀ ਆ ਕਿ ਅੱਜ ਮੇਰੇ ਬੱਚੇ ਦੇ ਉੱਤੇ ਇਹ ਹਮਲਾ ਹੋਣ ਲੱਗਿਆ ਸੀ ਕਿ 5 ਸਿਕਿਉਰਿਟੀਜ਼ ਉਹਨੇ ਘਰ ਭੱਜ ਕੇ ਜਾਨ ਬਚਾਈ ਆ। ਤੁਸੀਂ ਵੀ ਆਪਣਾ ਬਚਾਅ ਰੱਖੋ। ਬਹੁਤ ਸਾਰੇ ਇਲੈਕਟ੍ਰੋਨਿਕ ਵਹੀਕਲਸ ਸ਼ਹਿਰਾਂ ਦੇ ਵਿੱਚ ਹੁਣ ਦੇਖਣ ਨੂੰ ਮਿਲਦੇ ਨੇ। ਸਰੀ ਸਿਟੀ ਕੌਂਸਲ ਨੇ ਅਪਰੂਵ ਕੀਤੀਆਂ ਜਿਹੜੀ ਇੱਕ ਨਵੀਂ ਯੂਜ਼ਰ ਫੀ ਕਿ ਕਿੰਨੀ ਫੀਸ ਲੱਗਣੀ ਆ ਇਲੈਕਟ੍ਰਿਕ ਵਹੀਕਲ ਚਾਰਜ ਕਰਨ ਦੇ ਉੱਤੇ। ਉਹਨਾਂ ਨੇ 3rd ਰੀਡਿੰਗ ਦਿੱਤੀ ਆ ਹੁਣ ਬਾਈਲਾ ਨੂੰ ਸੋਮਵਾਰ ਦੀ ਰਾਤ ਨੂੰ ਜਦੋਂ ਇਹ ਮੀਟਿੰਗ ਸੀਗੀ। ਸਿਟੀ ਸਟਾਫ ਨੇ ਰਿਕਮੈਂਡ ਕੀਤਾ ਕਿ 2 ਟੀਅਰ ਸਿਸਟਮ ਸ਼ੁਰੂ ਕੀਤਾ ਜਾਊਗਾ ਜਿਹਦੇ ਵਿੱਚ ਲੈਵਲ 2 ਤੇ ਲੈਵਲ 3 ਸਰਵਿਸਿਜ਼ ਹੋਣਗੀਆਂ। ਲੈਵਲ 2 ਫੀਚਰਸ ਵਿੱਚ 240 ਵੋਲਟ ਦਾ ਸਿਸਟਮ ਹੋਊਗਾ ਜਿਹੜਾ ਫੁੱਲੀ ਚਾਰਜ ਕਰੂਗਾ ਵਹੀਕਲ ਨੂੰ 4 ਤੋਂ 6 ਘੰਟਿਆਂ ਦੇ ਵਿੱਚ, ਰਫਲੀ ਯਾਨੀ 30 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਿਹੜਾ ਇਹ ਪਰ ਆਵਰ ਦੇ ਨਾਲ ਚਾਰਜ ਕਰੂਗਾ। ਤੇ ਜਿਹੜਾ ਲੈਵਲ 3 ਹੋਊਗਾ ਇਹ DC ਫਾਸਟ ਚਾਰਜਿੰਗ ਹੋਊਗਾ, 400 ਤੋਂ 800 ਵੋਲਟ ਤੱਕ ਸਿਸਟਮ ਦਾ ਚਾਰਜ ਹੋਊਗਾ ਤੇ ਵਹੀਕਲ ਨੂੰ 80% ਤੇ ਤੱਕ 1 ਘੰਟੇ ਦੇ ਵਿੱਚ ਇਹ ਚਾਰਜ ਕਰ ਦੂਗਾ, ਰਫਲੀ 300 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ। ਕਾਰਪੋਰੇਟ ਰਿਪੋਰਟ ਆ ਜਿਹਨੂੰ ਇਸ ਵੇਲੇ ਜਾਰੀ ਕੀਤਾ ਗਿਆ ਜਿਹਦੇ ਸੰਬੰਧ ਵਿੱਚ ਗੱਲਬਾਤ ਚੱਲ ਰਹੀ ਹੈ ਕਿ ਇਹ ਸਪੇਸਿਸ ਵੱਖ-ਵੱਖ ਥਾਵਾਂ ਦੇ ਉੱਤੇ ਬਣਾਈਆਂ ਜਾ ਸਕਣਗੀਆਂ ਜਿੱਥੇ ਇਲੈਕਟ੍ਰਿਕ ਕਾਰਾਂ ਲਿਜਾ ਕੇ ਲੋਕ ਖੜੀਆਂ ਕਰਨਗੇ ਤੇ ਉੱਥੇ ਚਾਰਜ ਕਰਨਗੇ ਤੇ ਉਹਨੂੰ ਚਾਰਜ ਕਰਨ ਤੋਂ ਬਾਅਦ ਉਸ ਹਿਸਾਬ ਦੇ ਨਾਲ ਉੱਥੇ ਪੇ ਕਰਨਗੇ। ਉਹ ਕਹਿੰਦੇ ਇਸ ਵੇਲੇ ਸਾਨੂੰ ਲੱਗ ਰਿਹਾ ਕਿ ਵੈਸਟ ਨਿਊਟਨ ਦੇ ਵਿੱਚ ਪੈਨੋਰਾਮਾ ਏਰੀਆਜ਼ ਵਿੱਚ ਚਾਰਜਿੰਗ ਸਟੇਸ਼ਨਸ ਜਿਹੜੇ ਬਣਨਗੇ ਪਰ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ, ਕਲੋਵਰਡੇਲ ਦੇ ਉੱਤੇ, ਗ੍ਰੈਂਡ ਵਿਊ ਦੇ ਵਿੱਚ ਵੀ ਉਹ ਕਹਿੰਦੇ ਲੱਗ ਰਿਹਾ ਕਿ ਸਾਨੂੰ ਇਹ ਲਾਉਣੇ ਪੈਣਗੇ। ਹੋਰ ਫੈਸਿਲਿਟੀਜ਼ ਹੈਗੀਆਂ ਜਿਵੇਂ ਵਾਈਟ ਰੌਕ ਦੇ ਵਿੱਚ ਜਾਂ ਹੋਰ ਬਾਕੀ ਥਾਵਾਂ ਦੇ ਉੱਤੇ, ਉਧਰ ਵੀ ਗੱਲਬਾਤ ਇਹ ਚੱਲ ਰਹੀ ਆ। ਇਹ ਇਲੈਕਟ੍ਰਿਕ ਵਹੀਕਲਸ ਇਹ ਮਸਲਾ ਕਿਉਂ ਆਇਆ, ਸਿਟੀ ਇਹਦੇ ਉੱਤੇ ਕੰਮ ਕਿਉਂ ਕਰ ਰਹੀ ਹੈ, ਚਾਰਜਿੰਗ ਸਟੇਸ਼ਨਸ ਕਿਉਂ ਬਣਾ ਰਹੀ ਹੈ, ਇਹਦੇ ਲਈ ਜਿਹੜੀਆਂ ਫੀਸ ਹੈਗੀਆਂ ਰਿਵਾਈਜ਼ ਕਿਉਂ ਕਰ ਰਹੀ ਆ, ਕਿਉਂਕਿ ਇਹ ਲਗਾਤਾਰ ਹਰ ਸਾਲ ਡਬਲ ਹੋ ਰਿਹਾ, ਵੱਧ ਰਹੀ ਹੈ ਇਹਨਾਂ ਦੀ ਗਿਣਤੀ। 2016 ਤੋਂ ਲੈ ਕੇ ਹੁਣ ਤੱਕ ਜਿੰਨੇ ਇਲੈਕਟ੍ਰਿਕ ਵਹੀਕਲਸ ਨੇ ਜਿਹੜੀਆਂ ਰਿਪੋਰਟਸ ਦੱਸ ਰਹੀਆਂ ਆ ਕਿ ਇਹ ਲਗਾਤਾਰ ਵੱਧ ਰਹੀਆਂ, 2 ਤੋਂ 4 ਹੋ ਰਹੇ, 4 ਤੋਂ 8 ਹੋ ਰਹੇ, 8 ਤੋਂ 16 ਹੋ ਰਿਹਾ। ਇਸ ਤਰੀਕੇ ਦੇ ਨਾਲ 2016 ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹਦੇ ਕਾਰਨ ਬਹੁਤ ਸਾਰੇ ਨੇ। ਇੱਕ ਤਾਂ ਅਫੋਰਡੇਬਲ ਨੇ, ਦੂਜਾ ਇਹਨਾਂ ਦੀ ਐਫੀਸ਼ੀਐਂਸੀ ਬਹੁਤ ਆ, ਕੋਸਟ ਇਹਨਾਂ ਦੀ ਜਿਹੜੀ ਹੈ ਨਹੀਂ ਗੀ, ਜੇ ਗੈਸੋਲੀਨ ਜਾਂ ਡੀਜ਼ਲ ਦੇ ਮੁਕਾਬਲੇ ਦੇਖਣਾ ਜਾਵੇ ਤਾਂ ਇਹ ਸਸਤੇ ਬਹੁਤ ਪੈਂਦੇ। ਇਸ ਕਰਕੇ ਹੁਣ ਇਲੈਕਟ੍ਰਿਕ ਵਹੀਕਲ ਦਾ ਜਿਹੜਾ ਟਰੈਂਡ ਆ ਬਹੁਤ ਜ਼ਿਆਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹਨਾਂ ਦਾ ਟਰੈਂਡ ਹੋਰ ਜ਼ਿਆਦਾ ਹੋ ਗਿਆ ਉਸ ਵੇਲੇ ਸਿਟੀ ਨੂੰ ਬਹੁਤ ਸਾਰਾ ਕੰਮ ਕਰਨਾ ਪੈਣਾ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ, ਜਿਹਦੇ ਲਈ ਉਹਨਾਂ ਨੇ ਹੁਣ ਤੋਂ ਹੀ ਇਹ ਸਾਰਾ ਕੁਝ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਆ। ਤੇ ਇਹ ਕੌਂਸਲ ਜਿਹੜੀ ਆ ਜੇ ਇਹਨੂੰ ਅਪਰੂਵ ਕਰਦੀ ਆ, ਇਹਦੇ ਉੱਤੇ ਜਿਹੜੀ ਰეკਮੈਂਡੇਸ਼ਨ ਹੈਗੀ ਆ ਕਿ ਫੀਸ ਸਟਰਕਚਰ ਕਿੰਨਾ ਹੋਊਗਾ ਕਿ ਜਿਹੜੀ ਸਿਟੀ ਓਨਡ ਲੈਵਲ 2 ਚਾਰਜਸ ਦੇ ਉੱਤੇ $2 ਪਰ ਆਵਰ ਦੇ ਹਿਸਾਬ ਨਾਲ ਤੁਹਾਨੂੰ ਪੇ ਕਰਨੇ ਪੈਣਗੇ ਜਿਹੜਾ ਪਹਿਲੇ ਘੰਟੇ ਦੇ ਲਈ, ਤੇ ਜਿਹੜੀ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਪੇਸ ਦੇ ਲਈ, ਤੇ ਫਿਰ ਉਹਦੇ ਤੋਂ ਬਾਅਦ $5 ਪਰ ਆਵਰ ਜਿਹੜਾ ਆ ਸਬਸੀਕੁਐਂਟ ਆਵਰ ਜਿੰਨੇ ਵੀ ਹੋਣਗੇ ਉਸ ਹਿਸਾਬ ਦੇ ਨਾਲ ਚਾਰਜ ਕੀਤੇ ਜਾਣਗੇ। ਸੋ ਇਲੈਕਟ੍ਰਿਕ ਵਹੀਕਲ, ਇਹਨਾਂ ਦੇ ਚਾਰਜਿੰਗ ਸਟੇਸ਼ਨ, ਉਹਦੀ ਫੀਸ, ਇਹਦੇ ਬਾਰੇ ਸਿਟੀ ਅਫਸਰੀ ਦੇ ਵਿੱਚ ਚਰਚਾ ਚੱਲ ਰਹੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।